सब तो बड़ा सरमाया साडे धीआं पुत्त होंदे आ ते ओह भी साडे तो मैनूं नहीं लगदा भी असीं उन्हां दा भी कुछ बना सकांगे। हार चुके हैं सर असीं इन्हां हालातां तो। असीं तां यही कहने भी जे तो कुछ भी नहीं हुंदा सानूं कुछ दे नहीं सकदे, एक लाइन च खड़ा के गोली मार दिओ। जॉब की वजह तो किसी टाइम मेरा रिश्ता होया सी कि सरकारी अध्यापक है बहुत सैलरी होगी, पर सैलरी जो 6500-7500 तो अगे वध ही नहीं सी रही, तो उधर भी मेरा तलाक हो गया। 6 साल हो गए मैं अपने पेरेंट्स को रहनी हाँ, तो इसे 10,000 च मेरा गुजारा होंदा है। ये सोच लो कि मेरे को मेरा घर भी नहीं है, मैं अपने पेकिਆਂ ਦੇ घर रह रही तो ये साडी अध्यापिका ही है जिहड़ी स्कूल दे विच बच्चों को पढ़ा रही है, पर उहदा गुजारा आ 7,000 दे विच लकड़ां चूक के हो रहा है। ਜਿਹੜੀ ਸਰਕਾਰ ਆਈ ਉਸਨੇ ਸਾਨੂੰ ਲਾਰਾ ਲਾਇਆ ਕਿ ਅਸੀਂ ਪੱਕੇ ਕਰਾਂਗੇ, ਪਰ ਪੱਕੇ ਕਿਸੇ ਨੇ ਕੀਤਾ, ਪਰ ਉਹਨਾਂ ਨੇ ਆਪਣੀਆਂ ਤਨਖਾਹਾਂ ਤੇ ਆਪਣੀਆਂ ਪੈਨਸ਼ਨਾਂ ਜ਼ਰੂਰ ਪੱਕੀਆਂ ਕਰ ਲਈਆਂ ਸਾਡੇ ਸਿਰਾਂ ਤੇ। ਸੀਐਮ ਸਾਹਿਬ ਦੇਖੋ ਇਹ ਵਾਅਦਾ ਕੀਤਾ ਸੀ, ਲੇਕਿਨ ਉਹਨਾਂ ਦੇ ਅੰਦਰ ਇੱਕ ਹਾਸ ਰਸ ਕਲਾਕਾਰ ਵੀ ਹੈ, ਜਿਹੜਾ ਪਿਛਲੇ ਸਮੇਂ 'ਚ ਉਹ ਇੱਕ ਹਾਸ ਰਸ ਕਲਾਕਾਰ ਰਹੇ ਆ। ਸਾਨੂੰ ਲੱਗਦਾ ਸਾਡੇ ਨਾਲ ਜੁਮਲੇ ਕਰਦੇ ਪਏ ਆ। 40 ਸਾਲ ਦੀ ਉਮਰ ਦਾ ਪੁੱਤ ਜਿਹੜਾ ਆ ਆਪਣੇ ਪਿਤਾ ਦੇ ਸਹਾਰੇ ਜਿਹੜਾ ਆ ਜ਼ਿੰਦਗੀ ਤੋਂ। ਬਿਲਕੁਲ ਜੀ ਬਿਲਕੁਲ। ਚਲੋ ਹੋਰ ਕੋਈ ਰਸਤਾ ਹੀ ਨਹੀਂ ਹੈ ਜੀ, ਹੁਣ ਪਿਓ ਦਾ ਸਾਨੂੰ ਧੱਕ ਨਹੀਂ ਨਾ ਸਕਦਾ ਵੀ ਤੂੰ ਜਾ ਇੱਥੋਂ, ਕਿਉਂ ਸਰਕਾਰਾਂ ਨਹੀਂ ਸੁਣਦੀਆਂ। ਸਾਨੂੰ ਵੀ ਕੋਈ ਨਾ ਕੋਈ ਉਮੀਦ 'ਚ ਅਸੀਂ ਬੈਠੇ ਹਾਂ ਵੀ ਸ਼ਾਇਦ ਅੱਜ ਨਹੀਂ ਤੇ ਕੱਲ੍ਹ ਸਾਡੀ ਸੁਣਵਾਈ ਹੋਵੇਗੀ। ਅੱਜ ਮਈ ਡੇ ਹੈ। ਮਈ ਡੇ ਦਾ ਅਰਥ ਹੈ ਕਿਰਤੀ ਦਿਵਸ, ਕਿਰਤੀਆਂ ਦਾ ਦਿਵਸ ਹੈ। ਔਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਵਿੱਚ ਕਿਰਤੀਆਂ ਦੀ ਕਿਰਤ ਦਾ ਕਿਵੇਂ ਸ਼ੋਸ਼ਣ ਹੁੰਦਾ। ਅੱਜ ਨਹੀਂ ਹੋ ਰਿਹਾ, ਇਹ ਪਿਛਲੇ 18-19 ਸਾਲਾਂ ਤੋਂ ਹੋ ਰਿਹਾ। ਔਰ ਗੱਲ ਵੀ ਉਸ ਵਰਗ ਦੀ ਕਰਾਂਗੇ ਜਿਹੜੇ ਵਰਗ ਨੇ ਪੰਜਾਬ ਦੇ ਭਵਿੱਖ ਨੂੰ ਸਿਰਜਣਾ, ਭਾਵ ਅਧਿਆਪਕ। ਇਹ ਉਹ ਅਧਿਆਪਕ ਨੇ, ਇਹਨਾਂ ਨੂੰ ਅਧਿਆਪਕ ਕਹੀਏ, ਇਹਨਾਂ ਨੂੰ ਦਿਹਾੜੀਦਾਰ ਕਹੀਏ, ਜਾਂ ਇਹਨਾਂ ਨੂੰ ਕਿਸੇ ਹੋਰ ਸ਼ਬਦ ਨਾਲ ਸੰਬੋਧਨ ਹੋਈਏ, ਇਹ ਸਮਝ ਤੋਂ ਬਾਹਰ ਹੈ। ਪਰ ਕਹਿੰਦੇ ਨੇ ਵੀ ਇਹ ਸਰਵਿਸ ਪ੍ਰੋਵਾਈਡਰ ਨੇ। 18 ਸਾਲ ਤੋਂ ਪੰਜਾਬ ਦਾ ਭਵਿੱਖ ਸਿਰਜ ਰਹੇ ਨੇ, ਪਰ ਇਹਨਾਂ ਦਾ ਭਵਿੱਖ ਹਨੇਰੇ ਵਿੱਚ ਕਿਉਂ ਹੈ ਇਹ ਤੁਹਾਨੂੰ ਦੱਸਾਂਗੇ। ਔਰ ਇਹਦੇ ਸੰਬੰਧ ਵਿੱਚ ਵਾਪਰ ਕੀ ਰਿਹਾ, ਦੁਖਾਂਤ ਕੀ ਹੋ ਰਿਹਾ, ਉਹਦੇ ਬਾਰੇ ਵੀ ਖੁਦ ਇਹਨਾਂ ਦੇ ਮੁੱਖ 'ਚੋਂ ਹੀ ਸੁਣਾਂਗੇ। ਪਹਿਲਾਂ ਤਾਂ ਇਹ ਦੱਸੋ ਕਿਹੜੀ ਯੂਨੀਅਨ ਹੈ ਔਰ ਕਿਹੜਾ ਵਰਗ ਹੈ ਤੁਹਾਡਾ? ਸਰ ਅਸੀਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਤੋਂ ਹਾਂ ਜੀ। ਮੇਰਾ ਨਾਮ ਗੁਰਪ੍ਰੀਤ ਗੁਰੀ ਹੈ ਜੀ, ਅਤੇ ਅਸੀਂ 18 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਾਂ ਜੀ। 18 ਸਾਲਾਂ ਤੋਂ ਜਦੋਂ ਅਸੀਂ ਲੱਗੇ ਸੀ ਉਸ ਟਾਈਮ ਤੋਂ ਲੈ ਕੇ ਜੀ ਅਸੀਂ 3500 ਤੋਂ ਸ਼ੁਰੂ ਹੋ ਕੇ ਜੀ ਅੱਜ ਸਾਡੀ ਤਨਖਾਹ ਸਿਰਫ 6,000 ਤੋਂ 11,000 ਰੁਪਏ ਹੈ ਜੀ। ਅਤੇ ਇੰਨੀ ਘੱਟ ਤਨਖਾਹ 'ਚ ਸਾਡਾ ਸ਼ੋਸ਼ਣ ਹੋ ਰਿਹਾ ਜੀ। ਜਿਵੇਂ ਅੱਜ ਮਜ਼ਦੂਰ ਦਿਵਸ ਹੈ ਜੀ, ਮਜ਼ਦੂਰ ਦਿਵਸ 'ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਡੀ ਤਨਖਾਹ ਮਜ਼ਦੂਰਾਂ ਤੋਂ ਵੀ ਘੱਟ ਆ। ਸਾਡਾ ਜਿਹੜਾ ਆਰਥਿਕ ਤੌਰ 'ਤੇ ਸ਼ੋਸ਼ਣ ਹੋ ਰਿਹਾ ਹੈ, ਮਾਨਸਿਕ ਤੌਰ 'ਤੇ ਸ਼ੋਸ਼ਣ ਹੋ ਰਿਹਾ ਹੈ। ਸਾਨੂੰ ਸਰਕਾਰਾਂ ਸਮੇਂ ਦੀਆਂ ਕੋਈ ਸਾਰ ਨਹੀਂ ਲੈ ਰਹੀਆਂ ਅਤੇ ਸਾਡੇ ਘਰਾਂ ਦਾ ਗੁਜ਼ਾਰਾ ਕਰਨਾ ਬਿਲਕੁਲ ਔਖਾ ਹੈ। ਮਜ਼ਦੂਰ ਦਿਵਸ ਦੇ ਉੱਤੇ ਜਿਵੇਂ ਮਜ਼ਦੂਰ ਦੀ ਆਪਾਂ ਕਹਿੰਦੇ ਵੀ ਆਮਦਨ ਗੁਜ਼ਾਰੇ ਜੋਗੀ ਹੁੰਦੀ ਆ, ਸਾਡੀ ਓਨੀ ਵੀ ਨਹੀਂ ਹੈਗੀ ਜੀ। ਚਲੋ ਇਹ ਵਿਸ਼ੇ ਬਾਅਦ 'ਚ ਸੁਣਦੇ। ਮਨਿੰਦਰ ਤੁਸੀਂ ਇਸ ਵਰਗ ਨੂੰ ਲੀਡ ਕਰਦੇ ਜੇ, ਪਹਿਲਾਂ ਤਾਂ ਲੋਕਾਂ ਨੂੰ ਸਮਝਾਓ ਕਦੋਂ ਤੁਹਾਨੂੰ ਨੌਕਰੀ ਮਿਲੀ, ਕਿੰਨੀ ਤਨਖਾਹ 'ਚ ਮਿਲੀ, ਔਰ ਕੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਸਰ 2003 ਤੋਂ ਸਾਡੀ ਭਰਤੀ ਸ਼ੁਰੂ ਹੋ ਗਈ, ਜਿਹੜੀ ਕਿ ਸੈਂਟਰ ਤੇ ਪੰਜਾਬ ਦੇ 70-30 ਦੀ ਰੇਸ਼ੋ ਨਾਲ ਸੀਗੀ। ਔਰ ਬਕਾਇਦਾ ਉਹਦੀ ਲੈਟਰ ਜਾਰੀ ਹੋਈ, ਬਕਾਇਦਾ ਸਾਡੀ ਮੈਰਿਟ ਬਣੀ, ਔਰ ਮੈਰਿਟ ਦੇ ਆਧਾਰ 'ਤੇ ਇੱਕ ਅਧਿਆਪਕ ਦੇ ਪਿੱਛੇ 3-3 ਜਿਹੜੇ ਆ ਅਧਿਆਪਕ ਰੱਖੇ ਗਏ ਸੀ ਉਦੋਂ ਪਾਲਿਸੀ ਤਹਿਤ। ਅਤੇ ਸਾਡੀ ਜਿਹੜੀ ਸੈਲਰੀ ਸੀਗੀ ਉਹ ਸਟਾਰਟਿੰਗ ਦੇ ਵਿੱਚ 3,000, 3,500 ਰੁਪਇਆ ਅਤੇ 2,500 ਰੁਪਇਆ ਸੀਗੀ। ਇਹ ਕਿਹੜੇ ਸਾਲ ਦੀ ਗੱਲ ਕਰਦੇ? ਇਹ ਸਰ 2004 ਦੀ ਗੱਲ ਕਰਦੇ ਹਾਂ ਜੀ। ਹਾਂਜੀ ਹਾਂਜੀ। ਫਿਰ ਇਹ ਭਰਤੀ ਬਾਦਲ ਦੀ ਸਰਕਾਰ, ਹਾਂ ਬਾਦਲ ਦੀ ਸਰਕਾਰ ਵੇਲੇ, ਅਤੇ ਇਹ ਭਰਤੀ 2009 ਤੱਕ ਗਈ ਆ। ਹਾਂਜੀ 2009 ਤੋਂ ਬਾਅਦ ਇਹ ਭਰਤੀ ਬੰਦ ਹੋ ਗਈ, ਪਰ ਸਾਡਾ ਸ਼ੋਸ਼ਣ ਜਿਹੜਾ ਉਹ 2022 'ਚ ਵੀ ਜਾਰੀ ਆ।
ਇਹ ਕੀ ਕੁਆਲੀਫਿਕੇਸ਼ਨ ਕੀ ਤੁਹਾਡੀ? ਕੁਆਲੀਫਿਕੇਸ਼ਨ ਸਰ ਮੇਰੀ ਐਮਏ ਬੀਐਡ ਆ, ਔਰ ਜਿੰਨੇ ਸਾਥੀ ਇੱਥੇ ਖੜੇ ਆ ਜਾਂ ਸਾਡੇ ਸਿੱਖਿਆ ਪ੍ਰੋਵਾਈਡਰ ਆ ਉਹ ਸਾਰੇ ਵੈਲ ਕੁਆਲੀਫਾਈਡ ਆ। ਐਮਏ ਬੀਐਡ, ਬੀਏ ਬੀਐਡ, ਪੀਐਚਡੀ ਤੱਕ ਸਾਡੇ ਸਾਥੀ ਆ। ਹਾਂਜੀ, ਬਾਕੀ ਇਹਦੇ ਨਾਲ 13,000 ਸਾਡੇ ਇਨਕਲੂਡ 5500 ਪਾ ਕੇ 13,000 ਕੱਚਾ ਮੁਲਾਜ਼ਮ ਆ, ਜਿਹੜਾ ਕਿ 5 ਜਥੇਬੰਦੀਆਂ ਵਿੱਚ ਡਿਵਾਈਡ ਆ ਜੀ। ਹਾਂਜੀ, ਉਹ 5 ਜਥੇਬੰਦੀਆਂ ਦੇ ਵਿੱਚ ਡਿਵਾਈਡ ਆ। ਉਹ ਵੀ ਆਪਣੇ ਪੱਧਰ ਤੇ ਸਟੇਟ ਲੈਵਲ ਤੇ ਇਕੱਠਾ ਹੋ ਰਿਹਾ ਆ, ਤੇ ਉਹ ਅਗਲੀ ਰਣਨੀਤੀ ਆ ਜੀ। ਪਹਿਲਾਂ ਤਾਂ ਇਹ ਦੱਸੋ ਵੀ 3000 ਤੇ ਭਰਤੀ ਤੁਸੀਂ ਹੋਏ, ਉਦੋਂ ਕੁਆਲੀਫਿਕੇਸ਼ਨ ਤੁਹਾਡੀ ਸੇਮ ਇਹੀ ਸੀ? ਹਾਂਜੀ ਸਰ, ਕੁਆਲੀਫਿਕੇਸ਼ਨ ਉਦੋਂ ਸੇਮ ਸੀਗੀ। ਉਦੋਂ ਸਰ ਜਿਹੜੀ ਲੈਟਰ ਨਿਕਲੀ ਸੀ ਉਹਦੇ ਵਿੱਚ ਕੁਆਲੀਫਿਕੇਸ਼ਨ ਸੀਗੀ ਬੀਏ ਪਹਿਲਾਂ ਰੱਖਣਾ, ਜਿਹੜੀ ਕੁਆਲੀਫਿਕੇਸ਼ਨ ਜ਼ਿਆਦਾ ਆ, ਜਿੱਦਾਂ ਐਮਏ ਬੀਐਡ ਹੋ ਗਿਆ, ਉਸ ਤੋਂ ਬਾਅਦ ਬੀਏ ਬੀਐਡ ਹੋ ਗਿਆ, ਤੇ ਬੀਏ ਤੱਕ ਜਿਹੜੀ ਕੁਆਲੀਫਿਕੇਸ਼ਨ ਨਹੀਂ ਸੀਗੀ ਤਾਂ ਉਹਨੂੰ ਵੀ ਰੱਖਿਆ ਗਿਆ, ਤੇ ਉਹ ਬਾਅਦ ਵਿੱਚ ਇੰਪਰੂਵ ਕਰ ਸਕਦਾ ਸੀਗਾ। ਹਾਂਜੀ ਹਾਂਜੀ, ਤੇ ਬਾਅਦ ਵਿੱਚ ਸਾਥੀਆਂ ਨੇ ਇੰਪਰੂਵ ਕੀਤੀ ਵੀ ਆ ਉਹ। ਤੇ ਇਸ ਵੇਲੇ 2022 ਦੇ ਵਿੱਚ ਸਾਡੇ ਜਿਹੜੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਆ ਉਹ ਵੈਲ ਕੁਆਲੀਫਾਈਡ ਆ ਜੀ। ਜੀ, ਤਨਖਾਹ ਹੈਗੀ 11,000? ਸਾਡੀ ਤਨਖਾਹ ਸਰ 11,000, 10,000 ਤੇ 6,000 ਦੇ ਵਿੱਚ ਜਿਹੜੇ ਆ ਡਿਵਾਈਡ ਹੋਈ ਆ। ਹਾਲੇ 6,000 ਵਾਲੇ ਵੀ ਹੈਗੇ ਜਿਨ੍ਹਾਂ ਨੂੰ 6,000 ਵਾਲੇ। ਹਾਂਜੀ, ਜਿਹੜੀਆਂ ਬਾਕੀ ਜਥੇਬੰਦੀਆਂ ਆ ਈਜੀਐਸ, AISTRI ਵੀ, ਉਹਨਾਂ ਦੀ ਤਨਖਾਹ 6,000 ਆ ਜੀ। ਕੁਆਲੀਫਿਕੇਸ਼ਨ ਉਹਨਾਂ ਨੇ ਈਟੀਟੀ ਕੀਤੀ ਆ, +2 ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਈਟੀਟੀ ਵੀ ਕਰਵਾਈ ਆ। ਵਿੱਚ ਕੁਝ ਜਥੇਬੰਦੀਆਂ ਹੈਗੀਆਂ ਆ, ਤੇ ਬਾਕੀ ਆਪਣੇ ਪੱਧਰ ਦੇ ਸਾਰੇ ਵੈਲ ਕੁਆਲੀਫਾਈਡ ਆ ਉਹ ਵੀ। ਜੀ ਮੈਡਮ, ਤੁਹਾਡਾ ਕਿੰਨਾ? ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ, ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ ਹੀ ਹਾਂ ਓਕੇ ਜੀ। ਕਦੋਂ ਤੇ ਤੁਸੀਂ ਘਰੇ ਜਾਓਗੇ? ਸਰ ਮੈਂ 2008 ਤੋਂ ਜੁਆਇਨ ਹੈ। ਤੇ ਇਹ ਦੱਸੋ ਵੀ ਸਿੱਖਿਆ ਪ੍ਰੋਵਾਈਡਰ ਤੇ ਅਧਿਆਪਕ 'ਚ ਫਰਕ ਕੀ ਹੈ? ਤੁਸੀਂ ਕੁਝ ਵੱਖਰਾ ਪੜ੍ਹਾਉਂਦੇ ਜੇ ਉਹ ਵੱਖਰਾ ਪੜ੍ਹਾਉਂਦੇ ਨੇ? ਸਰ ਤਰਾਸਦੀ ਹੈ ਇਹ ਸਿੱਖਿਆ ਪ੍ਰੋਵਾਈਡਰ ਅਧਿਆਪਕ ਹੀ ਇੱਕ ਅਧਿਆਪਕ ਹੀ ਆ, ਜਿਹੜੇ ਸਿੱਖਿਆ ਪ੍ਰੋਵਾਈਡਰ ਵੀ ਆ ਜਾਂ ਵਲੰਟੀਅਰ ਕੈਟਾਗਰੀ ਸਾਰੀ ਅਧਿਆਪਕ ਹੀ ਹੈ, ਪਰ ਉਹਨਾਂ ਦੇ ਕੰਮ ਹੈ ਜਿਹੜਾ ਉਹ ਸੇਮ ਹੈ, ਪਰ ਫਰਕ ਹੈ ਜਿਹੜਾ ਪਾੜਾ ਹੈ ਉਹ 7 ਤੇ 70 ਦਾ ਆ। ਤੇ ਜਿਹੜੇ ਅਧਿਆਪਕ ਸਾਡੇ ਨਾਲ ਰੈਗੂਲਰ ਆ ਤੇ ਉਹਨਾਂ ਦੀ ਤਨਖਾਹ 70,000 ਹੈ, ਤੇ ਸਾਡੀ ਬਿਲਕੁਲ ਜੀ ਸਰ 7 ਤੇ 70 ਦਾ ਪਾੜਾ, ਤੇ ਉਸੇ ਦਾ ਸੰਤਾਪ ਅਸੀਂ ਪਿਛਲੇ 15 ਸਾਲਾਂ ਤੋਂ ਹੰਢਾ ਰਹੇ ਹਾਂ। ਔਰ ਸਾਡੇ ਹਾਲਾਤ ਆ ਤੁਸੀਂ ਪੋਸਟਰ ਦੇਖਦੇ ਹੋ, ਇਹ ਸਾਡੀ ਅਧਿਆਪਿਕਾ ਹੀ ਹੈ ਜਿਹੜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਹੈ, ਪਰ ਉਹਦਾ ਗੁਜ਼ਾਰਾ ਆ 7000 ਦੇ ਵਿੱਚ ਲੱਕੜਾਂ ਚੁੱਕ ਕੇ ਹੋ ਰਿਹਾ ਹੈ, ਕਿਉਂਕਿ ਇਹ ਪੜ੍ਹਾ ਰਹੀ ਹੈ ਸਕੂਲ 'ਚ ਸੇਮ ਹੈ ਜੀ। ਇਹ ਦੋਨੋਂ ਫੋਟੋਆਂ ਉਸੇ ਕੁੜੀ ਦੀਆਂ ਜੀ, ਲੱਕੜਾਂ ਚੁੱਕਦੀ ਹੈ। ਲੱਕੜਾਂ ਚੁੱਕਦੀ ਹੈ ਜੀ। ਸਾਡਾ ਇਹੀ ਸੰਤਾਪ ਹੈ, ਇਹੀ ਅਸੀਂ ਤਰਾਸਦੀ ਹੈ ਸਾਡੀ, ਕਿ ਅਸੀਂ 7000 'ਚ ਸਾਡੇ ਗੁਜ਼ਾਰੇ ਨਹੀਂ ਚੱਲਦੇ। ਸਾਡੇ ਸਾਥੀ ਆ ਜਿਹੜੇ ਉਹ ਸਕੂਲ ਟਾਈਮ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਕੁੜੀਆਂ ਪੋਚੇ ਲਾਉਂਦੀਆਂ ਸਰ। ਇਹ ਸੱਚਾਈ ਹੈ? ਬਿਲਕੁਲ ਸਰ ਸੱਚਾਈ ਹੈ। अब मैं पोस्टर भी ऐसे करके कढ़ाया कि देख सको कि ये लकड़ा चुग के अपना गुजारा कर दिया, लकड़ा कटदी है ये कुड़ी। तो उस तो बाद साढ़े साथी हैं जेडे 3 व्हीलर चला रहे हैं, उस स्कूल टाइम तो बाद जाके सब्जी की रेहड़ी ला रहे हैं, जूस की रेहड़ी ला रहे हैं। ਸਾਡੇ ਹਾਲਾਤ ਸਰ ਬਹੁਤ ਮਾੜੇ ਆ। ਇਹ 7 ਤੇ 70 ਦਾ ਜਿਹੜਾ ਪਾੜਾ ਹੈ ਇਹ ਸਾਨੂੰ ਰੋਜ਼ ਖਾ ਰਿਹਾ ਹੈ। ਸਾਡੇ ਹਾਲਾਤ ਇੰਨੇ ਮਾੜੇ ਆ ਕਿ ਸਾਡੇ ਕੋਲ ਦਵਾਈ ਜੋਗੇ ਵੀ ਪੈਸੇ ਨਹੀਂ ਹੁੰਦੇ, ਕਿਉਂਕਿ ਸਾਡੇ ਬਿੱਲ ਹੀ 500 6000 ਤੱਕ ਆ ਜਾਂਦੇ। ਸਾਡੇ ਬੱਚਿਆਂ ਦੀ ਜੇ ਬਿੱਲ ਭਰਦੇ ਆ ਤਾਂ ਫੀਸਾਂ ਖੜ ਜਾਂਦੀਆਂ, ਜੇ ਫੀਸਾਂ ਭਰਦੇ ਤਾਂ ਬਿੱਲ ਨਹੀਂ, ਤਾਂ ਫਿਰ ਉਧਾਰ ਦੇ ਜਿਹੜੇ ਰਾਸ਼ਨ ਹੈ ਉਧਰ ਖੜਾਉਣਾ ਪੈਂਦਾ ਆ। ਇੱਕ ਤਨਖਾਹ ਦੇ ਵਿੱਚ ਇੱਕੋ ਵਾਰੀ ਦਾ ਇੱਕ ਕੰਮ ਹੁੰਦਾ ਹੈ। ਜਦੋਂ ਤੁਸੀਂ ਕਦੋਂ ਭਰਤੀ ਹੋਏ? ਸਰ 2008 ਦੇ ਵਿੱਚ। ਉਦੋਂ ਕਿੰਨੀ ਉਮਰ ਸੀ? ਸਰ ਉਮਰਾਂ ਚਿੱਟੇ ਕਾਲੇ ਵਾਲਾਂ ਦੇ ਨਾਲ ਆਏ ਸੀ, ਚਿੱਟੇ ਹੋ ਚੱਲੇ ਆ। ਬਹੁਤ ਦੁੱਖ ਇਸੇ ਗੱਲ ਦਾ ਆ ਕਿ 2008 ਤੋਂ ਲੈ ਕੇ ਅੱਜ ਵੀ ਤਨਖਾਹ ਦੇ ਵਿੱਚ 3 ਤੋਂ 1000 ਰੁਪਏ ਤੋਂ ਵਾਧਾ ਨਹੀਂ ਹੋਇਆ, ਕਿਉਂਕਿ 8500 ਤੇ ਆਏ ਸੀ ਕਿ ਅੱਜ 11000 ਹੋ ਗਿਆ। ਸਰ ਮੇਰੀ ਪਹਿਲਾਂ ETT ਸੀਗੀ, BA ਮੈਂ ਉਸ ਤੋਂ ਬਾਅਦ BA ETT ਸੀਗੀ ਉਹ ਜਦੋਂ ਮੈਂ ਲੱਗੀ ਆ, ਤੇ MA BEd ਆ ਸਰ ਨਾਲ ETT ਟੈਟ ਪਾਸ ਸਰ। ਕੀ ਕਸਰ ਕੀ ਫਿਰ ਤੁਹਾਡੇ 'ਚ ਕਮੀ ਕੀ ਹੈ? 70000 ਦੀ ਥਾਂ 7000 ਕਿਉਂ? ਸਰ ਕਮੀ ਸਾਡੇ 'ਚ ਨਹੀਂ ਹੈਗੀ, ਕਮੀ ਸਰਕਾਰਾਂ ਦੇ ਵਿੱਚ ਆ। ਸਰਕਾਰਾਂ ਨੇ ਸਾਡੇ ਹਾਲਾਤ ਜਿਹੜੇ ਬੰਧੂਆ ਮਜ਼ਦੂਰ ਦੇ ਵਰਗੇ ਕਰਤੇ ਆ। ਸਾਡੇ ਹਾਲਾਤ ਸਰਕਾਰਾਂ ਦੀਆਂ ਕਮੀਆਂ ਨਾਲ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੁਆਲੀਫਿਕੇਸ਼ਨ ਤਾਂ ਪੂਰੀ ਕਰਦੇ ਹੋ ਪਰ ਕੰਮ ਵੀ ਪੂਰਾ ਕਰਦੇ ਹੋ, ਪਰ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਕੁਛ, ਅਸੀਂ ਰੈਗੂਲਰ ਨਹੀਂ ਕਰ ਸਕਦੇ, ਕਿਉਂਕਿ ਸ਼ਾਇਦ ਉਹ ਕਹਿੰਦੇ ਕਿ ਤੁਸੀਂ ਪਾਲਿਸੀ 'ਚ ਨਹੀਂ ਆਉਂਦੇ। ਪਾਲਿਸੀ ਅਸੀਂ ਦੱਸਣ ਨੂੰ ਤਿਆਰ ਹਾਂ ਕਿ ਕਿਹੜੀ ਪਾਲਿਸੀ ਰਾਹੀਂ ਅਸੀਂ ਆ ਸਕਦੇ ਹਾਂ, ਪਰ ਸਰਕਾਰਾਂ ਸਾਡੇ ਨਾਲ ਬੈਠਣ ਨੂੰ ਤਿਆਰ ਨਹੀਂ। ਹਰੇਕ ਵਾਰ ਡੰਗ ਟਪਾਊ ਨੀਤੀ ਰਾਹੀਂ ਹਾਂ ਤੁਹਾਨੂੰ ਪੱਕੇ ਕਰਾਂਗੇ, ਲਾਰੇ ਲਾਉਨੇ ਆ, ਬੈਠਦੇ ਸਾਡੇ ਨਾਲ ਸੋਫਿਆਂ ਤੇ ਚੜ੍ਹ ਕੇ, ਜਦੋਂ ਵੋਟਾਂ ਲੰਘ ਜਾਂਦੀਆਂ ਤਾਂ ਫਿਰ ਭੁੱਲ ਜਾਂਦੇ ਆ। ਕਿਵੇਂ ਦੱਸਿਆ ਜਾਵੇ, ਇਹ ਪੰਜਾਬ ਦੀ ਨੌਜਵਾਨੀ ਦੀ ਤਰਾਸਦੀ। ਇੱਕ ਕੁੜੀ ਪਹਿਲੋਂ ਸਕੂਲ ਪੜ੍ਹਾਉਣ ਜਾਂਦੀ ਨਿਆਣਿਆਂ ਨੂੰ, ਨਗੂਣੀ ਤਨਖਾਹ ਮਿਲਦੀ ਹੈ, ਤੇ ਫਿਰ ਆਪਣੇ ਟੱਬਰ ਨੂੰ ਪਾਲਣ ਲਈ ਉਹ ਲੱਕੜਾਂ ਵੀ ਕੱਟਦੀ ਹੈ। ਤੇ ਜਿਵੇਂ ਦੱਸਿਆ ਗਿਆ, ਕਈ ਸਕੂਲ ਪੜ੍ਹਾਉਣ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਰੇੜਨ ਲਈ ਸਬਜ਼ੀਆਂ ਦੀ ਰੇਹੜੀ ਵੀ ਲਾਉਂਦੇ ਨੇ। ਤੁਹਾਡਾ ਕੀ ਨਾਂ ਜੀ? ਗੁਰਮੀਤ ਸਿੰਘ ਜੀ, ਸਿੱਖਿਆ ਪ੍ਰੋਵਾਈਡਰ। ਪਹਿਲਾਂ ਤਾਂ ਇਹ ਦੱਸੋ ਤੁਹਾਡੀ ਏਜ ਕਿੰਨੀ ਹੋ ਗਈ?
32 ਸਾਲ 33 ਸਾਲ ਉਮਰ ਹੋ ਗਈ ਮੇਰੀ। ਕਦੋਂ ਦੇ ਨੌਕਰੀ ਕਰਦੇ ਉਹਨੂੰ 12 ਸਾਲ ਹੋ ਗਏ ਜੀ। ਇਹ ਕੀ ਫੜਿਆ ਤੂੰ? ਇਹ ਅਸੀਂ ਜੀ ਆਪਣੇ ਭਗਵੰਤ ਮਾਨ ਜੀ ਦੇ ਮਾਤਾ ਜੀ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਤੋਂ ਪਹਿਲਾਂ ਕਿਹਾ ਸੀ ਵੀ ਤੁਹਾਡਾ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਤੁਹਾਡਾ ਹੱਲ ਕਰਾਂਗੇ। ਫੋਟੋ ਹੈ ਹਾਂਜੀ ਗੁਲਦਸਤਾ ਦੇ ਰਹੇ ਤੇ ਹਾਂਜੀ ਅਸੀਂ ਉਹਨਾਂ ਦਾ ਸਵਾਗਤ ਕਰਨ ਗਏ ਹਾਂ ਜੀ। ਜਦੋਂ ਮੁੱਖ ਮੰਤਰੀ ਬਣ ਜਦੋਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਬਣੇ ਸੀ, ਅਸੀਂ ਉਹਨਾਂ ਨੂੰ ਪਹੁੰਚ ਕੀਤੀ ਆ ਵੀ ਸਾਡਾ ਤੁਸੀਂ ਜੋ ਵਾਅਦਾ ਕੀਤਾ ਸੀ ਵੀ ਸਰਕਾਰ ਬਣ ਤੇ ਪਹਿਲਾ ਹਰਾ ਪੈਨ ਤੁਹਾਡੇ ਵਾਸਤੇ ਹੀ ਚੱਲੇਗਾ, ਅਸੀਂ ਉਹਨਾਂ ਨੂੰ ਯਾਦ ਕਰਾਉਣ ਗਏ ਹਾਂ। ਤੇ ਮਾਤਾ ਜੀ ਨੇ ਸਾਨੂੰ ਇਹ ਗੱਲ ਕਹੀ ਵੀ ਭਗਵੰਤ ਤੇ ਕਹਿੰਦੇ ਨੇ ਵੀ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਕਰਾਂਗੇ। 27 ਮਾਰਚ ਨੂੰ ਆਪਾਂ ਗਏ ਹਾਂ, ਅੱਜ 1 ਮਈ ਹੋ ਗਈ ਆ। ਇੰਨੇ ਅਸੀਂ ਫੋਨ ਕਾਲ ਵੀ ਕੀਤੇ ਆ, ਵੱਖ-ਵੱਖ ਬੰਦੇ ਸਾਡੀ ਅਹੁਦੇਦਾਰਾਂ ਨੇ ਜਾ ਕੇ ਪਹੁੰਚ ਵੀ ਕੀਤੀ ਆ, ਪਰ ਅਜੇ ਤੱਕ ਸਾਨੂੰ ਕੋਈ ਕਾਲ ਨਹੀਂ ਆਈ ਵੀ ਤੁਹਾਡੇ ਨਾਲ ਬਹਿ ਕੇ ਅਸੀਂ ਵਿਚਾਰ ਵਟਾਂਦਰਾ ਕਰੀਏ। ਇੱਥੋਂ ਤੱਕ ਕਿ ਸਾਨੂੰ ਇਹੋ ਕਿਹਾ ਜਾਂਦਾ ਆ ਵੀ ਸਾਨੂੰ ਟਾਈਮ ਦਿਓ ਥੋੜ੍ਹਾ। ਅਸੀਂ ਟਾਈਮ ਦੇਣ ਨੂੰ ਤਿਆਰ ਆ, ਪਰ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰਨ, ਅਸੀਂ ਇਹਨਾਂ ਨੂੰ ਆਪਣਾ ਦੱਸੀਏ ਸਾਡਾ ਸਿਸਟਮ ਕਿੱਦਾਂ ਸੈੱਟ ਬਹਿੰਦਾ। ਸਾਡੇ ਨਾਲ ਗੱਲ ਕਰਨ ਤੋਂ ਹੀ ਭੱਜ ਰਹੇ ਆ, ਜਿਹੜੇ ਕਿ ਪਹਿਲਾਂ ਸਾਡੇ ਘਰਾਂ 'ਚ ਆਉਂਦੇ ਸੀ, ਸਾਨੂੰ ਕਹਿੰਦੇ ਸੀ ਵੀ ਇਹ ਸਰਕਾਰਾਂ ਜਿਹੜੀਆਂ ਨੇ ਇਹ ਤੁਹਾਡਾ ਸ਼ੋਸ਼ਣ ਕਰ ਰਹੀਆਂ ਨੇ, ਸਾਡੀ ਸਰਕਾਰ ਲਿਆਓ ਤਾਂ ਅਸੀਂ ਤੁਹਾਡਾ ਵਧੀਆ ਹੱਲ ਕਰਾਂਗੇ। ਜਦੋਂ ਕਿ ਭਗਵੰਤ ਮਾਨ ਸਾਹਿਬ ਨੇ ਆਪ ਕਿਹਾ ਸੀ ਵੀ ਇਹ ਸਕੂਲ ਨੇ ਪੰਜਾਬ ਦੇ, ਸਕੂਲ ਬੰਦ ਪਏ ਆ ਤੇ ਮਾਸਟਰ ਟੈਂਕੀਆਂ ਚੜ੍ਹ ਕੇ ਬੈਠੇ। ਤੇ ਇੱਕ ਵਾਰੀ ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਵੀ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਇਲੈਕਸ਼ਨ ਤੋਂ ਪਹਿਲਾਂ ਵੀ ਸਾਡੇ ਜਿਹੜੇ ਟੀਚਰ ਨੇ ਇਹਨਾਂ ਨੂੰ ਤੇ 84 ਤੋਂ ਵੀ ਘੱਟ ਤਨਖਾਹ ਮਿਲਦੀ ਹੈ। ਬਿਲਕੁਲ ਜੀ, ਇਹ ਗੱਲ ਬਿਲਕੁਲ ਠੀਕ ਆ। ਉਦੋਂ ਉਸੇ ਵਾਅਦੇ ਦੀ ਅਸੀਂ ਮਾਰਦੇ ਮਾਰੇ ਹੋਏ ਫਿਰ ਅਸੀਂ ਇਹ ਸਰਕਾਰ ਨੂੰ ਟਾਈਮ ਨਹੀਂ ਦੇ ਰਹੇ, ਕਿਉਂਕਿ ਜੇ ਕੁਆਲੀਫਿਕੇਸ਼ਨ ਕੀ ਹੈ MA BEd ਤਨਖਾਹ 11,000 ਜੀ। ਕੋਈ ਤੁਹਾਡੇ ਸਕੂਲ 'ਚ ਜਿੱਥੇ ਤੁਸੀਂ ਪੜ੍ਹਾਉਂਦੇ ਜੇ ਕੋਈ ਪੱਕਾ ਪੀਐਨ ਸੇਵਾਦਾਰ ਨੌਕਰੀ ਕਰਦਾ? ਨਹੀਂ, ਉੱਥੇ ਮੇਰੇ ਸਕੂਲ ਨਹੀਂ ਗਏ, ਬਾਕੀ ਸਕੂਲਾਂ ਦੇ ਵਿੱਚ ਵੇਖੋ ਜੀ ਸਾਨੂੰ ਦਿੰਦੇ 11,000, ਜਿੱਥੇ ਸਾਡੇ ਸੇਵਾਦਾਰ ਨੇ ਉਹਨਾਂ ਦੀ ਕਿਸੇ ਦੀ 40,000 ਹੈ, ਕਿਸੇ ਦੀ 30 ਆ, ਕਿਸੇ ਦੀ 50,000 ਆ। ਇੱਕ ਹੋਰ ਪੰਜਾਬ ਦਾ ਦੁਖਾਂਤ ਨਿਕਲ ਕੇ ਗੱਲਾਂ ਬਾਹਰ ਆ ਰਹੀਆਂ, ਇਹ ਕੀ ਕੁਆਲੀਫਿਕੇਸ਼ਨ? MA BEd MA BEd ਟੀਚਰ ਜਿਹੜਾ ਆ ਤਨਖਾਹ ਕਿੰਨੀ? 11,000 ਤਨਖਾਹ। ਤੇ ਜਿਹੜਾ ਸੇਵਾਦਾਰ, ਇਹ ਨਹੀਂ ਵੀ ਸੇਵਾਦਾਰ ਨੂੰ ਕਿਤੇ ਵੱਧ ਦਿੰਦੇ ਨੇ, ਉਹਦੀ ਇਹ ਹੱਕ ਬਣਦਾ, ਉਹਦੀ ਤਨਖਾਹ ਆ ਕਿਸੇ ਦੀ 30 ਆ, ਕਿਸੇ ਦੀ 40 ਵੀ ਆ। 40,000। ਤੁਹਾਡਾ ਕਿੰਨਾ ਜੀ? ਮੇਰਾ ਨਾਮ ਜੀ ਸੁਖਜਿੰਦਰ ਸਿੰਘ। ਸੁਖਜਿੰਦਰ ਦੀ ਉਮਰ ਕਿੰਨੀ ਤੁਹਾਡੀ? ਮੇਰੀ ਉਮਰ ਜੀ ਅੱਜ 40 ਸਾਲ ਹੋ ਚੁੱਕੀ ਹੈ ਜੀ। ਕਿੰਨੇ ਸਾਲ ਹੋ ਗਏ ਨੌਕਰੀ ਕਰਦੇ? ਮੈਨੂੰ ਪੂਰੇ 18 ਸਾਲ ਹੋ ਚੁੱਕੇ ਨੇ ਜੀ ਇਸ ਮਹਿਕਮੇ 'ਚ ਕੰਮ ਕਰਦੇ ਨੇ। ਕੁਆਲੀਫਿਕੇਸ਼ਨ? ਮੇਰੀ ਕੁਆਲੀਫਿਕੇਸ਼ਨ MA BEd plus MSc IT। ਇੱਕ ਵਾਰੀ ਫਿਰ ਦੱਸ ਦਿਓ। MA BEd plus MSc IT। ਤਨਖਾਹ? ਤਨਖਾਹ ਮੇਰੀ ਜੀ 10,000 ਤੇ 300 ਰੁਪਈਆ ਜਿਹੜਾ ਮੈਨੂੰ ਇਸ ਟਾਈਮ ਮਿਲ ਰਿਹਾ। ਇੰਨੀ ਕੁਆਲੀਫਿਕੇਸ਼ਨ ਡਿਗਰੀਆਂ ਜੇਬ 'ਚ ਪਾ ਕੇ ਜਦੋਂ ਰੋਜ਼ ਸਕੂਲ ਪੜ੍ਹਾਉਣ ਜਾਂਦੇ ਜੇ, ਮਨ ਕੀ ਕਹਿੰਦਾ ਤੁਹਾਡਾ? ਸਰ ਘਰੋਂ ਬੜੇ ਦੁਖੀ ਮਨ ਨਾਲ ਨਿਕਲੀਦਾ, ਪਰ ਫਿਰ ਆਪਣੇ ਮਨ ਨੂੰ ਸਮਝਾਈਦਾ ਕਿ ਅਸੀਂ ਆਪਣੇ ਬੱਚਿਆਂ ਦੀ ਸੇਵਾ ਕਰਨ ਜਾ ਰਹੇ ਹਾਂ, ਬੱਚਿਆਂ ਦੀ ਸੇਵਾ ਕਰ ਰਹੇ ਹਾਂ, ਵੀ ਸ਼ਾਇਦ ਰੱਬ ਸਾਡੀ ਸੇਵਾ ਤੋਂ ਖੁਸ਼ ਹੋ ਕੇ ਕਿਸੇ ਦਿਨ ਸਾਡਾ ਫਲ ਮਿਲੂਗਾ। ਪਰ ਅਸੀਂ ਆਪਣੀ ਉਮਰ ਦੇ 18 ਵਰ੍ਹੇ ਜੋ ਇਹਨਾਂ ਵਿੱਚ ਅਸੀਂ ਆਪਣੀ ਪੂੰਜੀ ਇਕੱਠੀ ਕਰਨੀ ਸੀ ਤੇ ਆਪਣੇ ਘਰ ਨੂੰ ਵਧੀਆ ਬਣਾਉਣਾ ਸੀ ਤੇ ਆਪਣੇ ਘਰ-ਬਾਰ ਚਲਾਉਣੇ ਸੀ, ਉਹ ਅਸੀਂ ਆਪਣਾ ਸੁਨਹਿਰੀ ਸਮਾਂ 18 ਸਾਲ ਇਸ ਮਹਿਕਮੇ ਨੂੰ, ਸਕੂਲਾਂ ਨੂੰ ਦੇ ਚੁੱਕੇ ਹਾਂ, ਪਰ ਅਸੀਂ ਹਜੇ ਵੀ ਉਵੇਂ ਹੀ ਰੁਲ ਰਹੇ ਹਾਂ ਜਿਵੇਂ ਪਹਿਲਾਂ ਰੁਲ ਰਹੇ ਸੀ। ਜੀ ਮੈਰਿਡ ਜੇ? ਹਾਂ ਜੀ, ਮੈਂ ਮੈਰਿਡ ਹਾਂ ਤੇ ਪਰ ਘੱਟ ਤਨਖਾਹ ਹੋਣ ਕਰਕੇ ਤਲਾਕ ਹੋ ਚੁੱਕਾ ਵਾ, ਕਿਉਂਕਿ ਉਹਨਾਂ ਵਿੱਚ ਗੁਜ਼ਾਰਾ ਨਹੀਂ ਸੀ ਹੁੰਦਾ, ਘਰ ਦੀਆਂ ਜਿਹੜੀਆਂ ਪਰੇਸ਼ਾਨੀਆਂ ਰਹਿੰਦੀਆਂ ਸੀ, ਜਿਸ ਕਰਕੇ ਅਸੀਂ ਸਮਝੌਤਾ ਕਰਨਾ ਪਿਆ ਕਿ ਵੀ ਸਾਨੂੰ ਆਪਣਾ ਜਿਹੜਾ ਤਲਾਕ ਲੈਣਾ ਪਿਆ, ਕਿਉਂਕਿ ਇੰਨੇ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਇੱਕ ਵਾਰੀ ਮੈਂ ਇਹ ਵੀ ਦੱਸ ਦੇਵਾਂ ਦੁਖਾਂਤ, 18 ਸਾਲ ਤੋਂ ਮੈਂ ਤਾਂ ਭੁੱਲ ਵੀ ਗਿਆ ਜਿੰਨੀ ਕੁਆਲੀਫਿਕੇਸ਼ਨ ਦੱਸੀ ਹੈ, ਤਨਖਾਹ ਕਿੰਨੀ ਹੈ, ਔਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਹ ਦੱਸਿਆ ਜਾ ਰਿਹਾ ਵੀ ਤਲਾਕ ਹੋ ਰਹੇ ਨੇ, ਵੀ ਤੇਰੀ ਇੰਨੀ ਤਨਖਾਹ ਆ, ਪਰਿਵਾਰ ਕਿਵੇਂ ਚਲਾਏਗਾ। ਸੋ ਤਲਾਕਾਂ ਦੀ ਗੱਲ ਵੀ ਜਿਹੜੀ ਹੈ ਇਹ ਕਿਰਤੀ ਦਿਵਸ 'ਤੇ ਹੋ ਰਹੀ ਹੈ। ਤੁਸੀਂ ਫੜਿਆ ਕੀ ਹੈ? ਇਹ ਜੀ ਸਾਡੀਆਂ ਉਹ ਤਸਵੀਰਾਂ ਨੇ ਜੋ ਅਸੀਂ ਪਿਛਲੇ 18 ਸਾਲਾਂ ਤੋਂ ਸੰਤਾਪ ਭੋਗਦੇ ਆ ਰਹੇ ਹਾਂ। ਜਿਹੜੀ ਸਰਕਾਰ ਆਈ ਉਸ ਨੇ ਸਾਨੂੰ ਲਾਰਾ ਲਾਇਆ ਕਿ ਅਸੀਂ ਪੱਕੇ ਕਰਾਂਗੇ, ਪਰ ਪੱਕੇ ਕਿਸੇ ਨੇ ਕੀਤਾ, ਪਰ ਉਹਨਾਂ ਨੇ ਆਪਣੀਆਂ ਤਨਖਾਹਾਂ ਤੇ ਆਪਣੀਆਂ ਪੈਨਸ਼ਨਾਂ ਜ਼ਰੂਰ ਪੱਕੀਆਂ ਕਰ ਲਈਆਂ ਸਾਡੇ ਸਿਰਾਂ ਤੇ। ਜਿਹੜੀ ਵੀ ਸਰਕਾਰ ਆਈ ਉਸ ਨੇ ਸਾਨੂੰ ਛੱਲੀਆਂ ਵਾਂਗ ਕੁੱਟਿਆ। ਜਦੋਂ ਵੀ ਅਸੀਂ ਕੋਈ ਆਪਣੇ ਹੱਕ ਦੀ ਗੱਲ ਕੀਤੀ, ਆਪਣੀ ਮੰਗ ਰੱਖੀ, ਤਾਂ ਸਾਨੂੰ ਸਵੈ ਡਾਂਗਾਂ ਤੋਂ, ਸਵੈ ਪਾਣੀ ਦੀਆਂ ਵਿਛਾੜਾਂ ਤੋਂ
ਕੁਝ ਨਹੀਂ ਮਿਲਿਆ। ਅਸੀਂ ਆਸ ਕਰਦੇ ਸੀ ਤਨਖਾਹ ਵਾਧੇ ਦੀ, ਇੱਥੋਂ ਤੱਕ ਕਿ ਸਾਨੂੰ ਕੋਈ 1 ਰੁਪਈਆ ਵੀ ਜਿਹੜਾ ਤਨਖਾਹ ਵਾਧਾ ਨਹੀਂ ਮਿਲਿਆ। ਜਿਹੜੀ ਵੀ ਸਰਕਾਰ ਆਈ ਸਾਨੂੰ ਲੁੱਟ ਕੇ ਤੇ ਕੁੱਟ ਕੇ ਅੱਗੇ ਹੁੰਦੀ ਰਹੀ, ਤੇ ਹੁਣ ਨਵੀਂ ਸਰਕਾਰ ਨੂੰ ਉਮੀਦ ਰੱਖੀ ਸੀ। ਹੁਣ ਨਵੀਂ ਸਰਕਾਰ ਦੇ ਸਾਡੀਆਂ ਆਸਾਂ ਲੱਗੀਆਂ ਨੇ, ਪਰ ਸਾਡੀਆਂ ਆਸਾਂ ਇੱਥੇ ਵੀ ਵਿਖਰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਸਰਕਾਰ ਸਾਨੂੰ ਮਿਲਣ ਤੋਂ ਵੀ ਭੱਜ ਰਹੀ ਆ, ਮਿਲਣ ਦਾ ਸਮਾਂ ਵੀ ਨਹੀਂ ਦੇ ਰਹੀ। ਅਸੀਂ ਵੱਖ-ਵੱਖ ਹਲਕਿਆਂ ਤੋਂ ਐਮਐਲਏ ਦੇ ਰਾਹੀਂ ਮੰਗ ਕਰ ਚੁੱਕੇ ਹਾਂ ਕਿ ਸਾਡੇ ਨਾਲ ਮੀਟਿੰਗ ਕੀਤੀ ਜਾਵੇ। ਅਸੀਂ ਹੋਰ ਸੂਤਰਾਂ ਰਾਹੀਂ ਆਸ ਰੱਖੋ ਸ਼ਾਇਦ ਭਗਵੰਤ ਜੀ ਤੁਹਾਨੂੰ ਬੁਲਾਉਣ। ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮਨਪ੍ਰੀਤ ਸਿੰਘ ਸਰ। ਮਨਪ੍ਰੀਤ, ਕਿੰਨੀ ਏਜ ਤੁਹਾਡੀ? ਸਰ ਮੇਰੀ 40 ਸਾਲ ਉਮਰ ਹੈ ਜੀ। ਕਿੰਨੇ ਸਾਲ ਹੋ ਗਏ ਨੌਕਰੀ ਕਰਦੇ? 14 ਸਾਲ ਹੋ ਗਏ ਜੀ। ਕੁਆਲੀਫਿਕੇਸ਼ਨ? ਐਮਏ ਬੀਐਡ ਹੈ ਸਰ। ਤਨਖਾਹ ਸਰ 11,000 ਹੈ ਜੀ। ਮੈਰਿਡ ਜੀ ਸਰ। ਕਿੰਨੇ ਬੱਚੇ? 2 ਬੱਚੇ ਹੈ ਜੀ ਮੇਰੇ। ਕਿਵੇਂ ਗੁਜ਼ਾਰਾ ਹੁੰਦਾ? ਸਰ ਗੁਜ਼ਾਰਾ ਬਸ ਕੁਛ ਨਾਲ ਫਾਦਰ ਸਾਹਿਬ ਨੇ ਕੁਛ ਸਪੋਰਟ ਹੈ। ਜੇ ਆਪਾਂ ਇਸ ਚੀਜ਼ ਤੇ ਗਿਣੀਏ ਤਾਂ ਗੁਜ਼ਾਰਾ ਕਦੇ 40 ਸਾਲ ਦੀ ਉਮਰ ਦਾ ਪੁੱਤ ਜਿਹੜਾ ਆ ਆਪਣੇ ਪਿਤਾ ਦੇ ਸਹਾਰੇ ਜਿਹੜਾ ਆ ਜ਼ਿੰਦਗੀ ਤੋਰ ਰਿਹਾ। ਬਿਲਕੁਲ ਜੀ ਬਿਲਕੁਲ। ਚਲੋ ਹੋਰ ਕੋਈ ਰਸਤਾ ਹੀ ਨਹੀਂ ਹੈ ਜੀ। ਹੁਣ ਪਿਓ ਤਾਂ ਸਾਨੂੰ ਧੱਕ ਨਹੀਂ ਨਾ ਸਕਦਾ ਵੀ ਤੂੰ ਜਾ ਇੱਥੋਂ, ਕਿਉਂ ਸਰਕਾਰਾਂ ਨਹੀਂ ਸੁਣਦੀਆਂ। ਸਾਨੂੰ ਵੀ ਕੋਈ ਨਾ ਕੋਈ ਉਮੀਦ 'ਚ ਅਸੀਂ ਬੈਠੇ ਹਾਂ ਵੀ ਸ਼ਾਇਦ ਅੱਜ ਨਹੀਂ ਤੇ ਕੱਲ ਸਾਡੀ ਸੁਣਵਾਈ ਹੋਵੇਗੀ, ਪਰ ਸਾਨੂੰ ਹੁਣ ਮਤਲਬ ਸਰਕਾਰ ਤੋਂ ਬਹੁਤ ਉਮੀਦ ਸੀਗੀ, ਪਰ ਸਾਨੂੰ ਹੁਣ ਦਿਸ ਰਿਹਾ ਕਿ ਇਹ ਵੀ ਜਿਸ ਤਰ੍ਹਾਂ ਜਿਵੇਂ ਡੰਗ ਟਪਾਊ ਵਾਲਾ ਕੰਮ ਜਿਹਾ ਚੱਲੀ ਜਾਂਦਾ। ਇਸ ਕਰਕੇ ਅੱਜ ਅਸੀਂ ਇੱਥੇ ਆਉਣ ਦਾ ਫੈਸਲਾ ਕੀਤਾ ਕਿ ਮੀਡੀਆ ਰਾਹੀਂ ਅਸੀਂ ਜਿਹੜੀ ਆਪਣੀ ਆਵਾਜ਼ ਹੈ ਉਹ ਸਰਕਾਰਾਂ ਤੱਕ ਪਹੁੰਚਾ ਸਕੀਏ। ਇਹ ਤੇ ਬਾਬੂ ਸਿੰਘ ਮਾਨ ਜੀ ਭਗਵੰਤ ਮਾਨ ਉਹਨਾਂ ਨੂੰ ਮਿਲ ਰਹੇ ਨੇ, ਭਗਵੰਤ ਮਾਨ ਉਹਨਾਂ ਨੂੰ ਹਰਭਜਨ ਮਾਨ ਮਿਲ ਰਹੇ ਨੇ, ਤੁਸੀਂ ਕਿਉਂ ਫੜਿਆ ਇਹ ਤਾਂ ਫੜਿਆ ਸਰ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਇਹਨਾਂ ਨੂੰ ਮਿਲਣ ਲਈ, ਕਿਉਂਕਿ ਸਾਡੇ ਵਿੱਚ 13,000 ਕੱਚੇ ਅਧਿਆਪਕ ਨੇ ਟੋਟਲ, ਜਿਨ੍ਹਾਂ ਦੇ ਅਸੀਂ ਮਤਲਬ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਨੂੰ ਮੀਟਿੰਗ ਦਿੱਤੀ ਜਾਵੇ। ਉਹਨਾਂ ਕੋਲੇ ਉਹ ਕਹਿ ਰਹੇ ਕਿ ਸਮਾਂ ਨਹੀਂ ਹੈਗਾ। ਸਾਡੀਆਂ ਫੋਨ ਤੇ ਵੀ ਗੱਲਾਂ ਹੋਈਆਂ, ਮੈਸੇਜਾਂ ਤੇ ਵੀ, ਉਹ ਕਹਿ ਰਹੇ ਸਾਡੇ ਕੋਲ ਸਮਾਂ ਨਹੀਂ ਹੈਗਾ। ਪਰ ਇਹ ਜਿਹੜੇ ਇਹਨਾਂ ਦੇ ਵੀਆਈਪੀ ਲੋਕ ਨੇ ਜਾਂ ਇਹਨਾਂ ਨੂੰ ਉਹ ਬਿਲਕੁਲ ਟਾਈਮ ਦੇ ਰਹੇ ਆ, ਮਿਲ ਰਹੇ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੋ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਵਾਸਤੇ ਸਮਾਂ ਨਹੀਂ ਹੈਗਾ, ਪਰ ਜਿਹੜੇ ਵੀਆਈਪੀ ਇਹਨਾਂ ਦੇ ਨਾਲ ਦੇ ਲੋਕ ਨੇ ਉਹਨਾਂ ਵਾਸਤੇ ਇਹਨਾਂ ਕੋਲ ਸਮਾਂ ਹੈਗਾ। ਸਿਰਫ ਇਸ ਕਰਕੇ ਅਸੀਂ ਇਹ ਦਿਖਾਉਣ ਵਾਸਤੇ ਬਣਵਾਈ ਹੈ ਜੀ। ਤੁਸੀਂ ਸਕੂਲ ਜਾਂਦੇ ਜੇ, ਅੱਗੇ ਬੱਚੇ ਵੇਟ ਕਰਦੇ ਹੁੰਦੇ ਵੀ ਮਾਸਟਰ ਆਊਗਾ, ਉਹਨਾਂ ਨੂੰ ਪੜ੍ਹਾਉਂਦੇ ਜੇ, ਤੁਹਾਡੇ ਦਿਮਾਗ 'ਚ ਹੋਊਗਾ ਵੀ ਇਹ ਬੱਚਾ ਡੀਸੀ ਬਣ ਸਕਦਾ, ਇਹ ਐਸਐਸਪੀ ਬਣ ਸਕਦਾ, ਇਹ ਡਾਕਟਰ ਬਣ ਸਕਦਾ, ਤੇ ਫਿਰ ਅੰਦਰ ਤੁਸੀਂ ਝਾਤ ਮਾਰਦੇ ਵੀ ਮੈਂ 40 ਸਾਲਾਂ ਤੋਂ ਬਾਅਦ ਕੀ ਬਣੂੰਗਾ। ਸਰ ਇਸ ਤਰ੍ਹਾਂ ਹੈ ਕਿ ਗੱਲਾਂ ਤਾਂ ਰੋਜ਼ ਨਵੀਆਂ ਆਉਂਦੀਆਂ ਦਿਮਾਗ 'ਚ, ਨਵੀਆਂ ਨਿਕਲ ਜਾਂਦੀਆਂ। ਜਦੋਂ ਅਸੀਂ ਸਕੂਲ ਜਾਂਦੇ ਹਾਂ ਕਈ ਵਾਰੀ ਮਨ ਦੁਖੀ ਵੀ ਹੁੰਦਾ ਕਿ ਅਸੀਂ ਆਏ ਹਾਂ, ਸਾਨੂੰ ਮਿਲ ਕੀ ਰਿਹਾ, ਜਦੋਂ ਅਸੀਂ ਸੋਚਦੇ ਹਾਂ। ਪਰ ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਬੈਠ ਜਾਂਦੇ ਹਾਂ ਜਾ ਕੇ, ਤਾਂ ਸਾਨੂੰ ਕਿਤੇ ਨਾ ਕਿਤੇ ਉਹ ਫੀਲ ਹੁੰਦਾ ਕਿ ਨਹੀਂ, ਇਸ ਬੱਚੇ ਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ, ਸਰਕਾਰ ਮੇਰੇ ਨਾਲ ਕੀ ਕਰ ਰਹੀ ਹੈ। ਉਹਦੇ ਵਾਸਤੇ ਤਾਂ ਮੈਂ ਟੀਚਰ ਹਾਂ ਉਹਦਾ। ਸੋ ਅਸੀਂ ਕਦੀ ਵੀ ਇਸ ਚੀਜ਼ ਨੂੰ ਨਹੀਂ ਸੋਚਿਆ। ਬੱਚਿਆਂ ਨੂੰ ਪੜ੍ਹਾਉਣ ਲਈ ਅਸੀਂ ਜੋ ਵੀ ਮਿਹਨਤ ਕਰਦੇ ਹਾਂ, ਸਾਡੇ ਰਿਕਾਰਡ ਬਕਾਇਦਾ ਤੁਸੀਂ ਚੈੱਕ ਕਰ ਸਕਦੇ ਹੋ ਸਕੂਲਾਂ 'ਚੋਂ, ਅਸੀਂ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ। ਉਹਨਾਂ ਨੂੰ ਅਸੀਂ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਕਿੱਦਾਂ ਦੇ ਟੀਚਰ ਹਾਂ ਜਾਂ ਸਾਡੇ ਨਾਲ, ਹਾਂਜੀ ਬਿਲਕੁਲ, ਉਹਨਾਂ ਨਾਲ ਅਸੀਂ ਕਦੀ ਵੀ ਇਦਾਂ ਦਾ ਮਹਿਸੂਸ ਨਹੀਂ ਹੋਣ ਦਿੱਤਾ। ਸੋ ਇੱਕ ਮਾਸਟਰ ਕਹਿੰਦਾ ਮੈਂ ਆਪਣਾ ਧਰਮ ਨਿਭਾ ਰਿਹਾ, ਜਦੋਂ ਮੈਂ ਬੱਚਿਆਂ ਨੂੰ ਪੜ੍ਹਾਉਣਾ ਤੇ ਫਿਰ ਮੇਰਾ ਇੱਕੋ ਟਾਰਗੇਟ ਹੁੰਦਾ ਵੀ ਇਹ ਬੱਚੇ ਜਿਹੜੇ ਨੇ ਇਹਦਾ ਫਿਊਚਰ ਮੇਰੇ ਹੱਥੋਂ ਰੁਸ਼ਨਾਵੇ। ਤੁਹਾਡਾ ਕੀ ਨਾਮ ਮੈਡਮ? ਮੇਰਾ ਨਾਮ ਗੁਰਮੀਤ ਕੌਰ। ਕਿੰਨੀ ਏਜ ਹੈ ਤੁਹਾਡੀ? ਮੇਰੀ 34 ਸਾਲ। ਕਿੰਨੇ ਸਾਲ ਹੋ ਗਏ? 12 ਸਾਲ ਹੋ ਗਏ ਜੀ। ਤੇ ਕੁਆਲੀਫਿਕੇਸ਼ਨ? ਮੇਰੀ ਬੀਏ ਬੀਐਡ, ਐਮਏ ਐਮਐਡ, ਟੈਟ 1 ਟੈਟ 2 ਐਨਟੀਟੀ। ਕੋਈ ਟੀਚਰ ਦੀ ਕੁਆਲੀਫਿਕੇਸ਼ਨ ਹੈਗੀ ਜਿਹੜੀ ਤੁਹਾਡੇ ਕੋਲ ਨਹੀਂ ਹੈਗੀ, ਛੱਡਤੀ ਤੁਸੀਂ? ਬਸ ਜੀ ਹੁਣ ਪੀਐਚਡੀ ਕਰਾਂਗੇ ਇਸ ਤੋਂ ਬਾਅਦ ਤਾਂ। ਆਪਣੀ ਇੱਛਾ ਤਾਂ ਹੈ ਜੀ, ਅਸੀਂ ਤਾਂ ਪੜ੍ਹਨਾ ਚਾਹੁੰਦੇ ਹਾਂ, ਅਸੀਂ ਆਪਣੇ ਆਪ ਨੂੰ ਟੀਚਰ ਮੰਨਦੇ ਹਾਂ। ਹਾਲਾਂਕਿ ਸਰਕਾਰ ਸਾਨੂੰ ਸਿੱਖਿਆ ਪ੍ਰੋਵਾਈਡਰ ਕਹਿੰਦੀ ਹੈ, ਸਾਨੂੰ ਅਧਿਆਪਕ ਨਾਲ ਲਿਖਣ ਦਾ ਵੀ ਹੱਕ ਨਹੀਂ ਦਿੱਤਾ ਗਿਆ। ਅਸੀਂ ਆਪਣੇ ਆਪ ਨੂੰ ਟੀਚਰ ਨਹੀਂ ਲਿਖ ਸਕਦੇ। ਸਕੂਲ 'ਚ ਟੀਚਰ ਦਾ ਰੋਲ ਨਿਭਾਉਂਦੇ ਜੇ, ਪਰ ਲਿਖ ਨਹੀਂ ਸਕਦੇ। ਨਹੀਂ ਲਿਖ ਸਕਦੇ ਜੀ। ਅਸੀਂ ਸਿੱਖਿਆ ਪ੍ਰੋਵਾਈਡਰ ਸਾਨੂੰ ਕਿਹਾ ਜਾਂਦਾ ਜਾਂ ਵਲੰਟੀਅਰ ਕਿਹਾ ਜਾਂਦਾ, ਜਦ ਕਿ ਮੈਨੂੰ ਲੱਗਦਾ ਜਿਹੜੇ ਰੈਗੂਲਰ ਟੀਚਰ ਨੇ ਸਾਡੀ ਕੁਆਲੀਫਿਕੇਸ਼ਨ ਉਹਨਾਂ ਨਾਲੋਂ ਵੱਧ ਹੈ। ਉਹ +2 ETT ਤੇ ਲੱਗੇ ਹੋਏ ਨੇ, ਜਿਹੜੇ ਕਿ ਹੁਣ 91,000 ਤੋਂ ਲੈ ਕੇ 1.25 ਲੱਖ ਤੱਕ ਦੀ ਸੈਲਰੀ ਲੈ ਰਹੇ ਨੇ। ਔਰ ਮੈਨੂੰ 10,250 ਮਿਲਦੀ ਮੈਨੂੰ ਜੀ। 2500 ਤੋਂ ਸਟਾਰਟ ਹੋਏ ਸੀ ਅਸੀਂ, ਤੇ ਕੁਆਲੀਫਿਕੇਸ਼ਨ ਅਸੀਂ ਹਰ ਸਾਲ ਇਨਕਰੀਜ਼ ਕਰਦੇ ਹਾਂ। ਪੜ੍ਹਾਈ ਕਿਤਾਬਾਂ ਸਾਡੇ ਜੀਣ ਦਾ ਸਹਾਰਾ ਬਣ ਗਏ, ਕਿਉਂਕਿ ਅਗਰ ਅਸੀਂ ਨਹੀਂ ਪੜ੍ਹਦੇ ਤਾਂ ਸਾਡਾ ਦਿਮਾਗ ਪਿੱਛੇ ਨੂੰ ਜਾਂਦਾ ਔਰ ਬਹੁਤ ਖਰਾਬ ਹੁੰਦਾ। ਸਾਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਰਹੀਏ, ਕਿਉਂਕਿ ਸਾਡਾ ਜਿਹੜਾ ਪ੍ਰੋਫੈਸ਼ਨ ਹੈ ਇਸ 'ਚ ਅਸੀਂ ਹਾਰ ਮੰਨ ਕੇ ਜੇ ਬੈਠਦੇ ਹਾਂ ਤਾਂ ਉਹਦਾ ਅਸਰ ਸਾਡੇ ਬੱਚਿਆਂ 'ਤੇ ਜਾਂਦਾ ਹੈ। ਬੱਚੇ ਰੱਬ ਦਾ ਰੂਪ ਨੇ, ਅਸੀਂ ਉਹਨਾਂ ਨੂੰ ਰੱਬ ਸਮਝ ਕੇ ਪੜ੍ਹਾ ਰਹੇ ਹਾਂ, ਜਦਕਿ ਸਰਕਾਰ ਤਾਂ ਸਾਨੂੰ ਇਨਸਾਨ ਵੀ ਨਹੀਂ ਸਮਝਦੀ। ਮੇਰਾ ਇੱਕ ਬੇਟਾ 9 ਸਾਲ ਦਾ, ਮੇਰੇ ਸਰਕਾਰੀ ਸਕੂਲ 'ਚ ਹੀ ਮੈਂ ਲਗਾਇਆ ਹੋਇਆ, 5th ਕਲਾਸ 'ਚ ਹੋ ਗਿਆ ਉਹ, ਕਿਉਂਕਿ
ਪ੍ਰਾਈਵੇਟ ਸਕੂਲ ਦਾ ਤਾਂ ਮੈਂ ਸੋਚ ਵੀ ਨਹੀਂ ਸਕਦੀ। ਤੇ ਇਸੇ ਜੋਬ ਦੀ ਵਜ੍ਹਾ ਤੋਂ ਕਿਸੇ ਟਾਈਮ ਮੇਰਾ ਰਿਸ਼ਤਾ ਹੋਇਆ ਸੀ ਕਿ ਸਰਕਾਰੀ ਅਧਿਆਪਕ ਹੈ, ਬਹੁਤ ਸੈਲਰੀ ਹੋਊਗੀ, ਪਰ ਸੈਲਰੀ ਜਦੋਂ 6500 7500 ਤੋਂ ਅੱਗੇ ਵਧ ਹੀ ਨਹੀਂ ਸੀ ਰਹੀ ਤਾਂ ਉਧਰ ਵੀ ਮੇਰਾ ਤਲਾਕ ਹੋ ਗਿਆ। 6 ਸਾਲ ਹੋ ਗਏ ਮੈਂ ਆਪਣੇ ਪੇਰੈਂਟਸ ਕੋਲ ਰਹਿੰਦੀ ਹਾਂ ਤੇ ਇਸੇ 10,000 'ਚ ਮੇਰਾ ਗੁਜ਼ਾਰਾ ਹੁੰਦਾ ਹੈ। ਇਹ ਸੋਚ ਲਓ ਕਿ ਮੇਰੇ ਕੋਲ ਮੇਰਾ ਘਰ ਵੀ ਨਹੀਂ ਹੈਗਾ, ਮੈਂ ਆਪਣੇ ਪੇਕਿਆਂ ਦੇ ਘਰ ਰਹਿ ਰਹੀ ਹਾਂ। ਤੁਹਾਡਾ ਜਿਹੜਾ ਤਲਾਕ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹੀ ਨੌਕਰੀ, ਅਸੀਂ ਬੰਦੂਆ ਮਜ਼ਦੂਰ ਬਣ ਚੁੱਕੇ ਹਾਂ। ਤਲਾਕ ਵੀ ਹੋ ਗਿਆ ਤੇ ਪੱਕੇ ਵੀ ਨਹੀਂ ਹੋਏ, ਫਿਰ ਤਾਂ ਦੋਨੋਂ ਪਾਸੇ ਗਏ। ਬਸ ਜੀ ਕਰੀਏ ਕਿ ਮਜਬੂਰੀਆਂ ਨੇ, ਆਪਣੇ ਆਪ ਨੂੰ ਮੋਟੀਵੇਟ ਕਰੀ ਜਾਂਦੇ ਆ ਕਿਉਂਕਿ ਇੱਕ ਤਾਂ ਪਾਸੇ ਲਾਲਚ ਹੈ ਪੈਸੇ ਦਾ, ਉਹ ਅਸੀਂ ਪੂਰਾ ਨਹੀਂ ਕਰ ਸਕਦੇ, ਪਰ ਆਪਣੀ ਇਨਸਾਨੀਅਤ ਨੂੰ ਸਮਝ ਕੇ ਅਸੀਂ ਇੱਕ ਪਾਸੇ ਨੂੰ ਤਾਂ ਅੱਗੇ ਵਧ ਰਹੇ ਹਾਂ ਨਾ। ਪੋਸਟਰ ਕੀ ਫੜਿਆ ਇਹ ਜੀ ਕੇਜਰੀਵਾਲ ਸਾਹਿਬ ਨੇ ਹੁਣ ਸਾਡਾ ਹਾਲ ਵੀ ਨਹੀਂ ਪੁੱਛਦੇ ਜੀ। ਇਹ ਪਿਛਲੀਆਂ ਵੋਟਾਂ ਦੇ ਦੌਰਾਨ ਕੇਜਰੀਵਾਲ ਸਾਹਿਬ ਮਿਲੇ ਸੀ ਸਾਡੇ ਯੂਨੀਅਨ ਦੇ ਨੁਮਾਇੰਦਿਆਂ ਨੂੰ, ਇਸ ਤੋਂ ਪਹਿਲਾਂ ਵਾਲੀਆਂ 'ਚ 2017 ਉਸ ਤੋਂ ਬਾਅਦ ਵੀ ਮਿਲਦੇ ਰਹੇ ਨੇ। ਹਾਂ, ਸਾਡੇ ਪ੍ਰਧਾਨ ਜੀ ਦੀ ਫੋਟੋ ਇਸ 'ਚ, ਤੇ ਉਹਨਾਂ ਨੇ ਵਾਰ-ਵਾਰ ਸਾਨੂੰ ਇਹ ਵਾਅਦਾ ਕੀਤਾ ਕਿ ਤੁਹਾਡੀ ਸੈਲਰੀ ਇੰਨੀ ਘੱਟ ਹੈ, ਸਾਡੀ ਸਰਕਾਰ ਆਵੇ ਅਸੀਂ ਤੁਹਾਨੂੰ ਦਿੱਲੀ ਪੈਟਰਨ ਤੇ ਸੈਲਰੀ ਦੇਵਾਂਗੇ, ਤੁਹਾਨੂੰ ਅਸੀਂ ਪਹਿਲੀ ਕੈਬਨਿਟ 'ਚ ਪੱਕੇ ਕਰਾਂਗੇ। ਤੇ ਹੁਣ ਹਾਲਾਤ ਇਹ ਨੇ ਕਿ ਅਸੀਂ ਉਹਨਾਂ ਕੋਲ ਸਵਾਗਤੀ ਮਾਰਚ ਵੀ ਕਰਕੇ ਆਏ ਹਾਂ। ਉਹਨਾਂ ਦੇ ਜਿੰਨੇ MLA ਬਣੇ ਨੇ ਅਸੀਂ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਦੀ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਸਿੱਖਿਆ ਮੰਤਰੀ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ। ਹਾਲਾਤ ਇਹ ਨੇ ਕਿ ਸਾਡੇ ਨਾਲ ਭਗਵੰਤ ਮਾਨ ਜੀ ਨੇ ਇੱਕ ਮੀਟਿੰਗ ਵੀ ਨਹੀਂ ਕੀਤੀ। ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਟੇਬਲ ਟਾਕ ਤੇ ਸਾਨੂੰ ਕੁਝ ਦੱਸਣ ਕਿ ਸਾਡੇ ਲਈ ਉਹ ਕੁਝ ਕਰ ਰਹੇ ਨੇ ਕਿ ਨਹੀਂ ਕਰ ਰਹੇ। ਜੇ ਕੋਈ ਪਾਲਿਸੀ ਦੇ ਅੰਡਰ ਸਾਨੂੰ ਉਹ ਪੱਕਾ ਕਰ ਰਹੇ ਨੇ ਜਾਂ ਕੋਈ ਸੈਲਰੀ ਇਨਕਰੀਜ਼, ਸਾਨੂੰ ਕੁਝ ਤਾਂ ਦੱਸਣ, ਸਾਨੂੰ ਕੁਝ ਤਾਂ ਤਸੱਲੀ ਹੋਵੇ। ਕਿਉਂਕਿ ਹੁਣ ਜਿਹੜਾ ਇੰਨਾ ਸਮਾਂ ਹੰਢਾਉਣ ਤੋਂ ਬਾਅਦ ਸਾਨੂੰ ਬਹੁਤ ਉਮੀਦ ਸੀ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਤੋਂ, ਬਹੁਤ ਉਮੀਦ ਸੀ, ਤੇ ਹੁਣ ਜਾ ਕੇ ਸਬਰ ਨਹੀਂ ਹੁੰਦਾ। ਸਬਰ ਨਹੀਂ ਹੁੰਦਾ। ਚਲੋ ਭਗਵੰਤ ਮਾਨ ਜੀ ਜ਼ਰੂਰ ਸੁਣਨਗੇ, ਲੱਗਦਾ ਸਾਨੂੰ ਪੂਰੀ ਆਸ ਹੈ। ਹੁਣ ਅਗਲਾ ਕੀ ਪ੍ਰੋਗਰਾਮ ਤੁਹਾਡਾ? ਤੁਸੀਂ ਅੱਧ ਖੜ ਦੀ ਉਮਰ 'ਚ ਆ ਗਏ ਜੇ, ਹੈਨਾ, ਤਨਖਾਹਾਂ ਉਹੀ ਨੇ, ਕੁਆਲੀਫਿਕੇਸ਼ਨ ਤੁਹਾਡੇ ਕੋਲ ਹੈਗੀ ਹੈ, ਓਵਰ ਏਜ ਤੁਸੀਂ ਹੁੰਦੇ ਪਏ ਜੇ, ਕੀ ਰਾਹ ਕੀ ਲੱਗਦਾ? ਰਾਹ ਸਰ ਸਿਰਫ ਸੰਘਰਸ਼ ਦਾ ਹੀ ਸਾਡੇ ਕੋਲ ਬਚਦਾ ਆ। 1 ਮਈ 1800 ਤੇ ਮੇਰਾ ਖਿਆਲ ਮੈਂ ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ, ਕਿਤੇ ਡਾਂਗਾ ਖਾ ਰਹੇ ਜੇ, ਕਿਤੇ ਭੁੱਖ ਹੜਤਾਲ ਮਰਨ ਵਰਤ ਰੱਖ ਰਹੇ, ਕੋਈ ਟੈਂਕੀਆਂ ਤੇ ਚੜਿਆ, ਕੋਈ ਟਾਵਰਾਂ ਤੇ ਚੜਿਆ। ਸਰ ਸੁਸਾਈਡ, ਆਤਮ ਹੱਤਿਆ ਸਾਡੇ ਕੋਲ ਲਾਸਟ ਰਸਤਾ ਹੈ ਜੀ। ਸਾਡੇ ਕੁਝ ਸਾਥੀ ਜਿਹੜੇ ਆ ਉਹ ਸੁਸਾਈਡ ਕਰ ਚੁੱਕੇ ਆ, ਨੌਕਰੀਆਂ ਛੱਡ ਚੁੱਕੇ ਆ, ਤੇ ਘਰਾਂ ਦੇ ਵਿੱਚ ਤੁਸੀਂ ਸਮੱਸਿਆਵਾਂ ਸੁਣੇ ਲਈਆਂ, ਕਿੰਨੀ ਰੇਸ਼ੋ ਆ, ਤਲਾਕ ਹੋ ਗਏ ਆ, ਘਰਾਂ ਦੇ ਜਿਹੜੇ ਗੁਜ਼ਾਰੇ ਬਹੁਤ ਔਖੇ ਹੋ ਗਏ ਆ। ਸਾਡੇ ਕੋਲ ਸਿਰਫ ਇਹੀ ਰਸਤਾ ਬਚਦਾ ਕਿ ਅਸੀਂ ਉਹਨਾਂ ਦੇ ਘਰਾਂ ਮੂਹਰੇ ਬੈਰੀਏ ਜਾ ਕੇ, ਤੇ ਸਾਡੇ ਕੋਲ ਇੱਕ ਸੁਸਾਈਡ ਦਾ ਸਿਰਫ ਰਸਤਾ ਬਚਦਾ ਆ। ਉਸ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਹੀਂ। ਇਹ ਰਸਤਾ ਤੇ ਠੀਕ ਨਹੀਂ ਗਾ, ਹਿੰਮਤ ਰੱਖਣੀ ਚਾਹੀਦੀ। ਜੀ ਚਲੋ ਸਰ, ਹਿੰਮਤ ਤਾਂ ਅਸੀਂ ਰੱਖਦੇ ਪਏ ਆ, ਤਾਂ ਹੀ ਜਿੱਦਾਂ ਹੁਣ ਸਾਡੇ ਨਾਲ ਵਾਅਦਾ ਕਰਦੇ ਆ, ਜਿੱਦਾਂ CM ਸਾਹਿਬ ਨੇ ਵਾਅਦਾ ਕੀਤਾ ਕਿ ਸਾਡੇ ਨਾਲ ਬਈ ਅਸੀਂ ਆਉਂਦੇ ਹੀ ਤੁਹਾਡੀ 6 ਤੋਂ 36,000 ਤਨਖਾਹ ਕਰ ਦੇਵਾਂਗੇ। CM ਸਾਹਿਬ ਦੇਖੋ ਇਹ ਵਾਅਦਾ ਕੀਤਾ ਸੀ, ਲੇਕਿਨ ਉਹਨਾਂ ਦੇ ਅੰਦਰ ਇੱਕ ਹਾਸ-ਰਸ ਕਲਾਕਾਰ ਵੀ ਹੈ, ਜਿਹੜਾ ਪਿਛਲੇ ਸਮੇਂ 'ਚ ਉਹ ਇੱਕ ਹਾਸ-ਰਸ ਕਲਾਕਾਰ ਰਹੇ ਆ। ਸਾਨੂੰ ਲੱਗਦਾ ਸਾਡੇ ਨਾਲ ਜੁਮਲੇ ਕਰਦੇ ਪਏ ਆ, ਸਾਡੇ ਨਾਲ ਮਜ਼ਾਕ ਕਰਦੇ ਪਏ। ਤੇ 2 ਮਹੀਨੇ ਨਹੀਂ ਹੋਏ, ਥੋੜਾ ਸਬਰ ਕਰੋ। ਸਰ ਸਬਰ ਤਾਂ ਅਸੀਂ ਹਾਂ, ਜੇ ਉਹ ਕਹਿੰਦੇ ਸੀ ਸਭਾ ਦੇ ਵਿੱਚ ਜਾ ਕੇ, ਪਿੰਡ ਗਲੀ ਜਾ ਕੇ ਕਹਿੰਦੇ ਸੀ, ਮੈਨੂੰ ਆਵਾਜ਼ ਮਾਰਿਓ ਭਗਵੰਤ, ਗੱਲ ਸੁਣ ਯਾਰ, ਕਹਿੰਦੇ ਹੋਰ ਤੁਸੀਂ ਪੁਰਾਣੇ ਲੀਡਰਾਂ ਨੂੰ, ਕਾਂਗਰਸੀ ਅਕਾਲੀਆਂ ਨੂੰ ਆਵਾਜ਼ ਨਹੀਂ ਮਾਰ ਸਕਦੇ ਇਸ ਨਾਮ ਨਾਲ। ਅਸੀਂ ਤਾਂ CM ਸਾਹਿਬ ਉਹਨਾਂ ਦੇ ਦਰ ਤੇ ਗਏ ਆ, ਗੁਲਦਸਤੇ ਲੈ ਕੇ, ਫੁੱਲ ਲੈ ਕੇ, ਤੇ ਇਹ ਗੱਲ ਦਾ ਜਵਾਬ ਸਪਸ਼ਟ ਹੋਆ ਕਿ ਉਹ ਸਾਡੀ ਗੱਲ ਨਹੀਂ ਸੁਣ ਰਹੇ। ਹਾਂ, ਅਸੀਂ ਉਹਨਾਂ ਨੂੰ ਟਾਈਮ ਦੇਣਾ ਚਾਹੁੰਦੇ ਹਾਂ, ਸਾਡੇ ਨਾਲ ਇੱਕ ਮੀਟਿੰਗ ਤਾਂ ਕਰਨ, ਸਾਡੇ ਨਾਲ ਬੈਠਕ ਤਾਂ ਕਰਨ, ਸਾਨੂੰ ਅਹਿਸਾਸ ਹੋਵੇ, ਸਾਨੂੰ ਪਤਾ ਲੱਗੇ ਤੁਸੀਂ ਵਾਅਦਾ ਕੀਤਾ ਕਿ ਸਾਡੇ ਨਾਲ ਜੁਮਲਾ ਕੀਤਾ ਆ, ਸਾਡੇ ਨਾਲ ਮਜ਼ਾਕ ਕੀਤਾ ਤੁਹਾਡੇ ਅੰਦਰ ਦੇ ਕਲਾਕਾਰ ਨੇ। ਹਾਂਜੀ ਮੈਡਮ, ਕੀ ਫਿਊਚਰ ਲੱਗਦਾ ਤੁਹਾਡਾ? ਫਿਊਚਰ ਸਰ, ਇੱਕ ਮਜ਼ਦੂਰ ਤੋਂ ਘੱਟ ਤਨਖਾਹ ਲੈਂਦੇ, ਜੇ ਮਜ਼ਦੂਰ ਦੀ ਅੱਜ ਦਿਹਾੜੀ ਦੀ ਗਿਣਤੀ ਕੀਤੀ ਜਾਵੇ ਤਾਂ 400 ਤੋਂ 500 ਰੁਪਇਆ ਦਿਹਾੜੀ ਹੈ, ਤੇ ਇੱਕ 100 ਰੁਪਏ ਵਾਲਾ ਬੰਦਾ, ਉਹਦਾ ਫਿਊਚਰ ਕੀ ਹੋ ਸਕਦਾ? ਮੈਨੂੰ ਨਹੀਂ ਲੱਗਦਾ। ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਸਾਡੇ ਫਿਊਚਰ ਦੇ ਉੱਤੇ ਕਿ ਕੀ ਹੋਊਗਾ। ਇਹਦਾ ਹਾਲਾਤ ਜਿਹੜੇ ਹੈ ਇਹ ਸਾਨੂੰ ਵੀ ਨਹੀਂ ਪਤਾ, ਪਰ ਜਿੱਦਾਂ ਦੇ ਹਾਲਾਤ ਹੈ ਉਹ ਸਾਨੂੰ ਮੌਤ ਦੇ ਨੇੜੇ ਲੈ ਕੇ ਜਾ ਰਹੇ ਹੈ। ਕਿਉਂਕਿ ਕਦੋਂ ਤੱਕ ਹਾਲਾਤਾਂ ਨਾਲ ਲੜਾਂਗੇ? ਹਾਲਾਤਾਂ ਨਾਲ ਲੜਦੇ ਸਰ 13-18 ਸਾਲ ਹੋ ਗਏ ਆ, 15 ਸਾਲ ਹੋ ਗਏ ਆ ਸਾਥੀਆਂ ਨੂੰ, ਤੇ ਹਾਲਾਤ ਇਦਾਂ ਦੇ ਆ ਵੀ ਇਹ ਸੁਧਰਨ ਦਾ ਨਾਂ ਨਹੀਂ ਲੈਂਦੇ। ਜਦੋਂ ਹਾਲਾਤ ਕਹਿੰਦੇ ਵੀ ਬੱਸੋਂ ਬਾਹਰ ਹੋ ਜਾਂਦੇ ਆ ਤਾਂ ਕਿਸੇ ਦਾ ਬਸ ਨਹੀਂ ਚੱਲਦਾ, ਫਿਰ ਰਸਤੇ ਗਲਤ ਹੋ ਜਾਂਦੇ ਆ। ਜ਼ਿੰਦਗੀ ਕਹਿੰਦੇ ਬੜੀ ਅਨਮੋਲ ਹੈ, ਔਰ ਹੈ ਵੀ ਛੋਟੀ ਜੀ ਹੈ। ਤੁਸੀਂ ਕਦੋਂ 4-5 ਤੋਂ ਚੱਲੇ 2022 ਤੇ ਆ ਗਏ। ਜ਼ਿੰਦਗੀ ਦਾ ਸੁਨਹਿਰੀ ਸਮਾਂ ਜਿਹੜਾ ਅਸੀਂ ਕਹਿ ਸਕਦੇ ਹਾਂ, ਜਵਾਨੀ ਹੁੰਦੀ ਹੈ, ਤੇ ਉਹ ਤੁਸੀਂ ਤਕਰੀਬਨ ਲਾਰਿਆਂ 'ਚ ਹੰਢਾਤੀ। ਕਿਤੇ ਤੁਹਾਨੂੰ ਲੱਗਦਾ ਵੀ ਆਮ ਆਦਮੀ ਦੀ ਸਰਕਾਰ ਆਈ ਹੈ, ਕਿਤੇ ਸੁਣਵਾਈ ਹੋ ਜੂਗੀ?
ਇਹ ਸਰਕਾਰ ਸਰ ਕਹਿੰਦੇ ਤਾਂ ਸੀ ਆਮ ਆਦਮੀ, ਪਰ ਇਹ ਖਾਸ ਆਦਮੀ ਦੀ ਉਹੀ ਸਰਕਾਰ ਲੱਗਦੀ ਹੈ। ਸਾਨੂੰ ਨਹੀਂ ਲੱਗਦਾ ਇਹ ਆਮ ਆਦਮੀ ਦੀ ਸਰਕਾਰ ਹੈ, ਇਹ ਖਾਸ ਆਦਮੀ ਦੀ। ਇਹਨਾਂ ਕੋਲ ਟਾਈਮ ਹੈ ਖਾਸ ਬੰਦਿਆਂ ਨੂੰ ਮਿਲਣ ਦਾ। ਤੇ ਜਿਹੜੇ 13,000 ਭੁੱਖੇ ਢਿੱਡ ਤੋਂ ਤੇ ਨੰਗੇ ਪੈਰਾਂ ਤੋਂ ਤੇਰੇ ਦਰ ਤੇ ਚੱਲ ਕੇ ਆਏ ਸੀਗੇ, ਮੇਰੇ ਘਰ ਕੋਈ ਆਉਂਦਾ ਤਾਂ ਮੈਂ ਦੱਸਦੀ ਹਾਂ ਕਿ ਫਲਾਣਾ ਸਰਦਾਰ ਜੀ ਤੁਹਾਨੂੰ ਮਿਲਣ ਆਇਆ ਸੀਗਾ, ਪਰ ਮੈਨੂੰ ਨਹੀਂ ਲੱਗਦਾ ਮਾਤਾ ਜੀ ਨੇ ਦੱਸਿਆ ਹੋਣਾ ਵੀ 13,000 ਭਟਕਦੇ ਹੋਏ ਭੁੱਖੇ ਢਿੱਡ ਤੋਂ ਤੇਰੇ ਦਰ ਤੇ ਆ ਕੇ ਬੈਠੇ ਸੀ, ਮੰਗਦੇ ਸੀ ਤਨਖਾਹ ਜਿਹੜੀ ਤੂੰ 6 ਤੋਂ 36,000 ਕਹਿ ਕੇ ਗਿਆ ਆ। ਤੇ ਮੈਨੂੰ ਨਹੀਂ ਲੱਗਦਾ ਵੀ ਜਾਂ ਤਾਂ ਮਾਤਾ ਜੀ ਨੇ ਦੱਸਿਆ ਨਹੀਂ, ਜਾਂ ਫਿਰ ਪੁੱਤ ਨਲਾਇਕ ਆ ਵੀ ਜਿਹਨੇ ਮਾਤਾ ਦੀ ਨਹੀਂ ਸੁਣਦਾ। ਇਹੀ ਕਹਿ ਸਕਦੇ ਆ। ਤੇ ਸਾਡਾ ਭਵਿੱਖ ਤਾਂ ਹੁਣ ਅੰਗਿਆਰੇ ਬਲ ਗਏ ਆ ਤੇ ਕੋਲੇ ਰਹਿ ਗਏ ਆ। ਦੁੱਖ ਇਸ ਗੱਲ ਦਾ ਆਉਂਦਾ ਆ ਕਿ ਸਾਡਾ ਭਵਿੱਖ ਚਲਾ ਗਿਆ, ਸਾਡੀਆਂ ਉਮਰਾਂ ਚਲੇ ਗਈਆਂ, ਪਰ ਜਦੋਂ ਕਹਿੰਦੇ ਆ ਵੀ ਸਭ ਤੋਂ ਬੜਾ ਸਰਮਾਇਆ ਸਾਡੇ ਧੀਆਂ ਪੁੱਤ ਹੁੰਦੇ ਆ, ਤੇ ਉਹ ਵੀ ਸਾਡੇ ਤੋਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਉਹਨਾਂ ਦਾ ਵੀ ਕੁਝ ਬਣਾ ਸਕਾਂਗੇ। ਹਾਰ ਚੁੱਕੇ ਆ ਸਰ ਅਸੀਂ ਇਹਨਾਂ ਹਾਲਾਤਾਂ ਤੋਂ। ਇੱਕ ਪਲ ਪਲ ਮਰ ਰਹੇ ਆ। ਅਸੀਂ ਤਾਂ ਇਹੀ ਕਹਿੰਦੇ ਆ ਵੀ ਜੇ ਤਾਂ ਕੁਝ ਵੀ ਨਹੀਂ ਹੁੰਦਾ, ਸਾਨੂੰ ਕੁਝ ਦੇ ਨਹੀਂ ਸਕਦੇ, ਇੱਕ ਲਾਈਨ 'ਚ ਖੜਾ ਕੇ ਗੋਲੀ ਮਾਰ ਦਿਓ, ਕਿਉਂਕਿ ਇੰਨੇ ਬੁੱਝਦਿਲ ਵੀ ਨਹੀਂ ਹੈਗੇ ਕਿ ਅਸੀਂ ਇੱਕ ਆਤਮ ਹੱਤਿਆ ਕਰ ਸਕੀਏ। ਸਾਨੂੰ ਕਹਿੰਦੇ ਆ ਭਵਿੱਖ ਬਣਾਵੋਗੇ, ਅਸੀਂ ਕੀ ਭਵਿੱਖ ਬਣਾਈਏ ਉਹਨਾਂ ਬੱਚਿਆਂ ਦਾ, ਛੋਟੇ ਛੋਟਿਆਂ ਦਾ, ਜਿਹੜਾ ਦਾ ਸਾਡਾ ਭਵਿੱਖ ਨਹੀਂ ਬਣਿਆ। ਅਸੀਂ ਮਰਦੇ ਪਏ ਅੱਜ ਭੁੱਖੇ, ਤੇ ਸਾਡੇ ਹਾਲਾਤ ਇਹੋ ਜਿਹੇ ਆ। ਕੱਲ ਦਾ ਸੂਰਜ ਪਤਾ ਨਹੀਂ ਚੜ੍ਹਦਾ ਦੇਖਣਾ ਕਿ ਨਹੀਂ। ਮੇਰੀ ਤੇ ਗੱਲਾਂ ਸੁਣ ਕੇ ਆਵਾਜ਼ ਨਹੀਂ ਨਿਕਲ ਰਹੀ। ਮੈਂ ਅੱਗੇ ਸਾਥੀ ਕੋਲ ਜਾਂਦਾ। ਸਾਥੀ, ਪਰਿਵਾਰ ਵੀ ਟੁੱਟ ਗਿਆ ਤੇ ਕੀ ਸੋਚਦੇ ਜੇ? ਦੇਖੋ ਜੀ, ਉਮੀਦ ਤੇ ਦੁਨੀਆ ਕਾਇਮ ਹੁੰਦੀ ਆ। ਜੋ ਸਾਡੇ ਬੱਸ ਵਿੱਚ ਨਹੀਂ ਸੀ ਉਹ ਅਸੀਂ ਨਹੀਂ ਕਰ ਸਕਦੇ, ਪਰ ਜੋ ਸਾਡੇ ਬੱਸ ਵਿੱਚ ਆ ਉਹ ਅਸੀਂ ਕਰਨ ਦਾ ਰੋਜ਼ ਯਤਨ ਕਰਦੇ ਆ। ਆਪਣੇ ਆਪ ਨੂੰ ਰੋਜ਼ ਝੰਜੋੜ ਕੇ, ਹਲੂਣ ਕੇ, ਆਪਣੇ ਆਪ ਨੂੰ ਹੌਸਲਾ ਦੇ ਕੇ, ਥਾਪੜਾ ਦੇ ਕੇ ਆਪ ਆਪਣੀ ਮੰਜ਼ਿਲ ਵੱਲ ਉੱਠਣ ਨੂੰ ਵਧਣ ਦੀ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਕੁਝ ਦੂਰੀ ਤੇ ਸਾਡੀ ਮੰਜ਼ਿਲ ਹੋਊਗੀ, ਕੋਈ ਸਰਕਾਰ ਸਾਡੀ ਬਾਂਹ ਫੜੂਗੀ ਤੇ ਸਾਡਾ ਦੁੱਖ ਦਰਦ ਸੁਣੇਗੀ ਤੇ ਸਾਡਾ ਜਿਹੜਾ ਵਾ ਸਾਨੂੰ ਵੀ ਜਿਉਂਦਿਆਂ ਵਿੱਚ ਕਰੂਗੀ ਜੋ ਅੱਜ ਅਸੀਂ ਮੋਏ ਹੋਏ ਆ। ਕਿਉਂਕਿ ਸਾਡੇ ਜਿਹੜੇ ਹਾਲਾਤ ਨੇ ਸਾਡੇ ਮੌਤ ਤੋਂ ਵੀ ਬੱਤਰ ਹੋਏ ਨੇ। ਮੌਤ ਇੱਕ ਦਿਨ ਆਉਂਦੀ ਆ ਕੇ ਚਲੀ ਜਾਂਦੀ ਆ, ਪਰ ਜਦੋਂ ਜਿਉਂਦੇ ਹਰ ਰੋਜ਼ ਮਰਨਾ ਪਵੇ ਉਹ ਮੌਤ ਨਾਲੋਂ ਵੀ ਦਿਨ ਜਿਹੜੇ ਭੈੜੇ ਹੁੰਦੇ ਨੇ। ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ, ਪਰ ਆਸ ਮਨ ਵਿੱਚ ਬਲਬਲਾ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਆਸ ਜਗਾਈ ਹੋਈ ਆ ਕਿ ਅਸੀਂ ਅੱਗੇ ਵਧਾਂਗੇ ਤੇ ਆਪਣਾ ਹੱਕ ਲੈ ਕੇ ਰਵਾਂਗੇ। ਅਸੀਂ ਮੰਚ ਤੋਂ ਹਰ ਇੱਕ ਪਾਸੇ ਸਰਕਾਰ ਨੂੰ ਇਹੀ ਕਹਿੰਦੇ ਆ ਕਿ ਵੀ ਸਾਡੇ ਦੁੱਖ ਦਰਦ ਨੂੰ ਸੁਣਿਆ ਜਾਵੇ, ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਸੜਕਾਂ ਤੇ ਆਈਏ, ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਸਾਨੂੰ ਕੋਈ ਇਹੋ ਜਿਹਾ ਸਟੈਪ ਚੱਕਣਾ ਪਵੇ ਕਿ ਅਸੀਂ ਆਪਣੇ ਹੌਸਲੇ ਹਾਰ ਕੇ ਆਪਣੀ ਜ਼ਿੰਦਗੀ ਨੂੰ ਵੀ ਹਾਰ ਜਾਈਏ। ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਕੁਝ ਕੱਲ ਬਦਲੇ, ਕੁਝ ਅੱਜ ਬਦਲੇ, ਕੁਝ ਕੱਲ ਬਦਲੇ, ਕੁਝ ਪਲ ਬਦਲੇ, ਕੁਝ ਪਲ ਬਦਲੇ, ਕੁਝ ਗੱਲ ਬਦਲੇ ਤੇ ਕੁਝ ਦਲ ਬਦਲੇ। ਇਹ ਜੋ ਬੇਤਹਾਸ਼ਾ ਹੁੰਦੇ ਰਹੇ ਨੇ ਬਾਹਰ ਬਦਲ ਸਕੇ ਨਹੀਂ ਸਾਡੇ ਅੰਦਰਲੇ ਜਜ਼ਬਾਤਾਂ ਨੂੰ। ਬਦਲ ਕੇ ਜ਼ਮਾਨਾ ਬਦਲ ਗਿਆ, ਪਰ ਨਹੀਂ ਸਕਿਆ ਬਦਲ ਗਰੀਬੀ ਹਾਲਾਤਾਂ ਨੂੰ, ਨਹੀਂ ਸਕਿਆ ਬਦਲ ਸਾਡੇ ਗਰੀਬੀ ਹਾਲਾਤਾਂ ਨੂੰ। ਅਸੀਂ ਇਹ ਗੱਲ ਇੱਕ ਵਾਰੀ ਫੇਰ ਕਹਿਣਾ ਚਾਹੁੰਦੇ ਆ ਵੀ ਜਿਹੜੀ ਕੱਲ ਦੀ ਕੈਬਨਿਟ ਮੀਟਿੰਗ ਹੋ ਰਹੀ ਆ ਉਹਦੇ ਵਿੱਚ 35,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਗੱਲਾਂ ਕਰਦੇ ਆ, ਜਦੋਂ ਕਿ ਪਿਛਲੀ ਸਰਕਾਰ ਨੇ ਵੀ 35,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਸੀ। ਸਾਡੀ ਇਹ ਸਰਕਾਰ ਨੂੰ ਅਪੀਲ ਆ ਵੀ ਉਹ 35,000 ਮੁਲਾਜ਼ਮਾਂ ਦੇ ਵਿੱਚ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਦਾ ਨਾਂ ਜ਼ਰੂਰ ਸ਼ਾਮਲ ਕੀਤਾ ਜਾਵੇ। ਜੇ ਕੋਈ ਇਹੋ ਜਿਹੀ ਨਹੀਂ ਆਸ ਹੈ ਸਾਨੂੰ ਪੂਰੀ ਵੀ ਨਾਂ ਸ਼ਾਮਲ ਹੋਵੇਗਾ ਸਾਡਾ, ਜੇ ਕੋਈ ਨਹੀਂ ਲੱਗਦਾ ਸਾਨੂੰ ਵੀ ਇਹ ਸਾਡੇ ਨਾਲ ਫੇਰ ਇੱਕ ਵਾਰੀ ਵਾਅਦਾ ਖਿਲਾਫੀ ਹੁੰਦੀ ਆ ਤੇ ਆਪਾਂ ਅੱਗੋਂ ਆਪਣੀ ਰਣਨੀਤੀ ਤਿਆਰ ਕਰਾਂਗੇ, ਸੰਘਰਸ਼ ਲਈ ਸ਼ੁਰੂ ਹੋਵਾਂਗੇ। ਅਸੀਂ ਇਹ ਨਹੀਂ ਕਵਾਂਗੇ ਵੀ ਅਸੀਂ ਪਿੱਛੇ ਨੂੰ ਹੋਵਾਂਗੇ, ਹੌਸਲੇ ਸਾਡੇ ਅੱਗੇ ਵਾਂਗੀ ਆ, ਬੁਲੰਦ ਨੇ, ਹੌਸਲੇ ਬੁਲੰਦ ਨੇ। ਦੇਖੋ, ਤੁਹਾਡੇ ਤੇ ਬਹੁਤ ਵੱਡਾ ਜ਼ਿੰਮੇਵਾਰੀ ਹੈ, ਤੁਸੀਂ ਇਹਨਾਂ ਦੀ ਅਗਵਾਈ ਕਰਦੇ ਜੇ, ਇਹਨਾਂ ਨੂੰ ਸੁਣਿਆ। ਮੈਂ ਤੇ ਅੱਜ ਸੁਣ ਕੇ ਸੁੰਨ ਜਿਹਾ ਹੋ ਗਿਆ। ਤੁਸੀਂ ਤੇ ਰੋਜ਼ ਆਪਸ 'ਚ ਵਿਚਾਰਾਂ ਕਰਦੇ ਹੋਵੋਗੇ। ਜੀ ਬਿਲਕੁਲ। ਕਿਵੇਂ ਲੱਗਦਾ ਵੀ ਤੁਸੀਂ ਪਾਰ ਲਵਾ ਲਓਗੇ ਇਹਨਾਂ ਨੂੰ? ਸਰ ਦੇਖੋ ਜੀ, ਏਕੇ 'ਚ ਬਲ ਹੁੰਦਾ, ਯੂਨਿਟੀ ਸਟਰੈਂਥ, ਯੂਨੀਅਨ ਇਜ਼ ਸਟਰੈਂਥ। ਅਸੀਂ ਇਕੱਠੇ ਆ। ਦੇਖੋ, ਦੁੱਖ ਦਰਦ ਸੁਣਦੇ ਆ, ਇੱਕ ਦੂਜੇ ਦੇ ਹਾਲਾਤ ਸੁਣਦੇ ਆ। ਤੁਹਾਡਾ ਹੁਣ ਇਸ ਇੰਟਰਵਿਊ ਦੇ ਦੌਰਾਨ ਮਨ ਭਰਿਆ ਆ। ਮੈਡਮ ਅਸੀਂ ਪਿੱਛੇ ਦੱਸਦੇ ਪਏ ਸੀ, ਇਹਨਾਂ ਦੇ ਇੱਕ ਸਹੇਲੀ ਆ ਸਾਡੇ ਨਾਲ ਹੀ ਟੀਚਰ ਆ, ਉਹਨਾਂ ਨੇ ਇਹਨਾਂ ਹਾਲਾਤਾਂ ਤੋਂ ਤੰਗ ਆ ਕੇ ਪਿਛਲੇ ਸਮੇਂ 'ਚ ਗੋਲੀਆਂ ਖਾ ਲਈਆਂ। ਤੇ ਇਹ ਦੇਖੋ ਸਾਡੇ ਲਈ ਬਹੁਤ ਵੱਡੀ ਤਰਾਸਦੀ ਆ। ਅਸੀਂ ਇੱਕ ਦੂਜੇ ਦੀ ਹੈਲਪ ਲਈ ਉੱਥੇ ਪਹੁੰਚੇ, ਮੈਡਮ ਨੇ ਘਰ ਰੱਖਿਆ ਉਹਨਾਂ ਨੂੰ। ਇਹਨਾਂ ਹਾਲਾਤਾਂ 'ਚ ਨਿਪਟਣਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਆ। ਸਰਕਾਰ ਲਈ ਕੀ ਆ, ਸਰਕਾਰ
ਇਹਨਾਂ ਚੀਜ਼ਾਂ ਨੂੰ ਤੁਰੰਤ ਫੌਰੀ ਤੌਰ ਤੇ ਸਹੀ ਕਰ ਸਕਦੀ ਆ, ਫੌਰੀ ਤੌਰ ਤੇ ਸਹੀ ਕਰ ਸਕਦੀ ਆ। ਜੇ ਵਾਅਦੇ ਕਰ ਸਕਦੀ ਆ, ਪਹਿਲੀ ਕੈਬਨਿਟ 'ਚ ਮਸਲਾ ਹੱਲ ਕਰਨ ਦਾ ਵਾਅਦਾ ਕਰ ਸਕਦੀ ਆ, ਪਹਿਲਾ ਹਰਾ ਪੈਨ ਸਾਡੇ ਲਈ ਚਲਾਉਣ ਲਈ ਵਾਅਦਾ ਕਰ ਸਕਦੀ ਆ, ਪਹਿਲੀ ਆਪਣੀ ਰਿਪੋਰਟ ਮਹੀਨੇ ਦੀ ਦੇਣ 'ਚ ਕਹਿੰਦੇ ਆ ਵੀ ਪਹਿਲਾ ਹੱਲ ਤੁਹਾਡਾ ਕਰੂਗੇ, ਪਰ ਉਹ ਸਿਰਫ ਸਰ ਗੱਲਾਂ ਰਹਿ ਗਈਆਂ। ਸਾਡੇ ਲਈ ਚੈਲੰਜ ਬਹੁਤ ਵੱਡਾ ਆ, ਪਰ ਅਸੀਂ ਇਹ ਆ ਵੀ ਏਕੇ ਨਾਲ ਤੁਰੇ ਹੋਏ ਆ। ਇਹ ਪਰ ਦੇਖਣਾ ਸਰਕਾਰ ਨੂੰ ਪਊਗਾ, ਨਹੀਂ ਤਾਂ ਸਾਡੇ ਹਾਲਾਤ ਬਹੁਤ ਮਾੜੇ ਆ। ਸਰ ਇਹੀ ਕਹਿਣਾ ਚਾਹੁੰਦਾ, ਦੇਖੋ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਹੈ। ਜੇ ਮੇਰੀ ਜੇਬ 'ਚ 5 ਰੁਪਏ ਨੇ ਜੀ, ਮੈਂ ਕਿਸੇ ਨਾਲ 10 ਰੁਪਏ ਦਾ ਵਾਅਦਾ ਕਿਵੇਂ ਕਰ ਸਕਦਾ? ਮੈਂ ਤੁਹਾਨੂੰ ਦਊਂਗਾ। ਜੇ ਇਹਨਾਂ ਨੇ ਵਾਅਦਾ ਕੀਤਾ ਸੋਚ ਸਮਝ ਕੇ ਕੀਤਾ ਤੇ ਇਹਨਾਂ ਨੇ ਕਿਹਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਤੁਹਾਨੂੰ ਪੱਕੇ ਕਰਿਆ ਜਾਊਗਾ। ਖੁਦ ਇਹਨਾਂ ਵੱਲੋਂ ਵਾਅਦਾ ਸੀ ਤੇ ਅੱਜ ਪਹਿਲੀ ਕੈਬਨਿਟ ਮੀਟਿੰਗ ਵੀ ਲੰਘ ਗਈ ਤੇ ਸਾਡਾ ਹਾਲ ਵੀ ਨਹੀਂ ਪੁੱਛਿਆ ਜਾ ਰਿਹਾ। ਤੇ ਸਰਕਾਰੀ ਸਕੂਲਾਂ 'ਚ ਸਰ ਅਸੀਂ ਬੰਦੂਆਂ ਮਜ਼ਦੂਰਾਂ ਦੀ ਤਰ੍ਹਾਂ ਸਾਡਾ ਸ਼ੋਸ਼ਣ ਹੋ ਰਿਹਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸਰ, ਜੇ ਅਸੀਂ ਬਿਮਾਰ ਹੋ ਜਾਂਦੇ ਆ, ਜਿਵੇਂ ਰੈਗੂਲਰ ਟੀਚਰ ਨੂੰ ਜੇ ਬਿਮਾਰੀ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਤਾਂ 3 ਛੁੱਟੀਆਂ ਉਹ ਘਰ ਬੈਠੇ ਲੈ ਸਕਦੇ ਨੇ, ਮੈਡੀਕਲ ਛੁੱਟੀਆਂ। ਸਾਡਾ ਸਰਕਾਰ ਨੇ ਇਹ ਹਾਲ ਕਰਿਆ ਵਾ, ਜੇ ਅਸੀਂ ਇੱਕ ਦਿਨ ਵੀ ਬਿਮਾਰ ਹੋ ਜਾਂਦੇ ਆ, ਸਾਨੂੰ ਕਿਹਾ ਜਾਂਦਾ ਕਿ ਪਹਿਲਾਂ MBBS ਡਾਕਟਰ ਕੋਲੋਂ ਤੁਸੀਂ ਇੱਕ ਦਿਨ ਦਾ ਵੀ ਲਿਖਾ ਕੇ ਦਿਓ ਤਾਂ ਤੁਹਾਡੀ ਛੁੱਟੀ ਪ੍ਰਵਾਨ ਹੋਊਗੀ। ਤੁਹਾਡੇ ਬਿਮਾਰ ਹੋਣ ਤੇ ਪਾਬੰਦੀ ਹੈ। ਬਿਲਕੁਲ ਸਰ। ਇਸ ਤੋਂ ਬਾਅਦ ਸਾਨੂੰ ਜਿਵੇਂ ਉਹ 70-80 ਹਜ਼ਾਰ ਲੱਖ ਰੁਪਏ ਲੈ ਰਹੇ ਨੇ ਤੇ ਉਹ ਵੀ ਉਨਾ ਹੀ ਪੜ੍ਹਾ ਰਹੇ ਨੇ ਤੇ ਸਾਡੀ ਤਨਖਾਹ ਉਹਨਾਂ ਦੇ ਬਰਾਬਰ ਕਰ ਸਕਦੇ ਆ। ਬਰਾਬਰ ਕੰਮ ਬਰਾਬਰ ਤਨਖਾਹ ਕਿਉਂ ਨਹੀਂ? ਜਦੋਂ ਸਾਡੇ ਤੋਂ ਮਜ਼ਦੂਰੀ ਸੇਮ ਕਰਾਈ ਜਾਂਦੀ ਆ, ਲੇਬਰ ਸਾਡੀ ਸੇਮ ਹੁੰਦੀ ਆ, ਅਸੀਂ ਉਹੀ ਅਰਮਾਨਾਂ ਨਾਲ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹੀ ਅਰਮਾਨਾਂ ਨਾਲ ਉਹੀ ਹਾਲਾਤਾਂ ਦੇ ਵਿੱਚ ਉਹ ਪੜ੍ਹਾ ਰਹੇ ਨੇ, ਉਹਨਾਂ ਦੇ ਵਿੱਚ ਅਸੀਂ। ਪਰ ਸਾਡੇ ਨਾਲ ਇਹ ਭੇਦਭਾਵ ਕਿਉਂ ਕੀਤਾ ਜਾਂਦਾ ਜੀ? ਸਮੇਂ ਦੀਆਂ ਸਰਕਾਰਾਂ ਵਾਅਦੇ ਕਰ ਲੈਂਦੇ ਨੇ ਜੀ, ਪਰ ਗੱਲ ਇਹ ਹੈ ਜਿਵੇਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਚਲੋ ਮੰਨਦੇ ਆ ਵੀ ਨਹੀਂ ਹੋ ਸਕਦੇ, ਵੀ ਸਰਕਾਰ ਨੂੰ ਪਾਲਿਸੀ ਬਣਾਉਣ ਲਈ ਮਹੀਨਾ 2 ਮਹੀਨੇ ਚਾਹੀਦੇ ਨੇ, ਪਰ ਘੱਟੋ ਘੱਟ ਜੇ ਅਸੀਂ ਭਗਵੰਤ ਮਾਨ ਜੀ ਦੇ ਘਰ ਗਏ ਸੀਗੇ ਜਾਂ ਫਿਰ 40 ਤੋਂ 50 MLA ਸਾਹਿਬਾਨ ਨੂੰ ਮੰਗ ਪੱਤਰ ਦਿੱਤਾ ਸਰ, ਸਾਨੂੰ ਬਿਲਕੁਲ ਲੇਲੜੀਆਂ ਕਢਾਈਆਂ ਜਾ ਰਹੀਆਂ ਨੇ, ਸਾਡੀ ਸਾਰ ਨਹੀਂ ਲਈ ਜਾ ਰਹੀ, ਸਾਨੂੰ ਮੀਟਿੰਗ ਤੱਕ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਲੜਦੀਆਂ ਕਢਾਈਆਂ। ਮੈਡਮ ਆਸ ਕੋਈ ਆਸ ਤਾਂ ਸਰ ਹੈਗੀ ਹੈ, ਤਾਂ ਹੀ ਵਾਰ-ਵਾਰ ਇਹਨਾਂ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਮੀਟਿੰਗ ਕਰੋ, ਸਾਨੂੰ ਦੱਸੋ ਸਾਡਾ ਕੋਈ ਹੱਲ, ਕਿਉਂਕਿ ਤੁਸੀਂ ਆਮ ਲੋਕਾਂ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਸਰਕਾਰ ਬਣਾਈ ਹੈ। ਬਹੁਤ ਸਾਲਾਂ ਤੋਂ ਤੁਸੀਂ ਮਜ਼ਾਕ ਉਡਾ ਕੇ ਲੋਕਾਂ ਤੋਂ ਬਹੁਤ ਪੈਸੇ ਵੱਟੇ ਨੇ, ਟੀਚਰਸ ਦੇ ਉੱਪਰ ਕਮੈਂਟ ਕਰ ਕੇ ਕੈਸਟਾਂ ਬਣਾ ਕੇ ਤੁਸੀਂ ਕਲਾਕਾਰ ਬਣੇ ਹੋ। ਤੇ ਸਾਨੂੰ ਇਹ ਲੱਗਦਾ ਸੀ ਕਿ ਦੁੱਖ ਜਿਹੜਾ ਟੀਚਰਸ ਦਾ ਇਹਨਾਂ ਨੂੰ ਜ਼ਿਆਦਾ ਪਤਾ ਹੈ, ਇਹਨਾਂ ਕੋਲ ਹੱਲ ਵੀ ਹੋਣਗੇ ਤੇ ਉਹਨਾਂ ਹੱਲਾਂ ਨੂੰ ਬੋਲ ਕੇ ਇਹਨਾਂ ਨੇ ਕਿ ਅਸੀਂ ਐਂ ਕਰ ਦਾਂਗੇ ਅਸੀਂ ਤਾਂ ਆਸ ਰੱਖਦੇ ਹਾਂ ਕਿ ਸਾਨੂੰ ਕੁਝ ਮਿਲੇ। ਆਸ ਹੈ, ਪੂਰੀ ਆਸ। ਹਾਂਜੀ, ਉਹਨਾਂ ਦੇ ਭਗਵੰਤ ਮਾਨ ਸਾਹਿਬ ਦੇ ਪਿਤਾ ਜੀ ਖੁਦ ਇੱਕ ਅਧਿਆਪਕ ਰਹੇ ਨੇ। ਜੇ ਬਚਪਨ ਤੋਂ ਉਹ ਦੇਖਦੇ ਆ ਰਹੇ ਨੇ ਵੀ ਅਧਿਆਪਕ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਜਾਂ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਪੜ੍ਹਾਇਆ ਹੈ, ਤੇ ਜੇਕਰ ਉਹ ਪਰਿਵਾਰ ਦੇ ਵਿੱਚੋਂ ਨਹੀਂ ਸਿੱਖ ਸਕਦੇ ਹੈਗੇ ਤਾਂ ਸਮਾਜ ਦੇ ਵਿੱਚੋਂ ਸਿੱਖ ਕੇ ਬਾਕੀ ਸਮਾਜ ਦਾ ਕਿੱਥੋਂ ਭਲਾ ਕਰਦੇ? ਮਾਸਟਰ ਦਾ ਪੁੱਤ ਮਾਸਟਰਾਂ ਦੀ ਪੁਕਾਰ ਸੁਣੇ। ਮੈਡਮ ਤੁਹਾਨੂੰ ਰੋਂਦਿਆਂ ਕੁਰਲਾਉਂਦਿਆਂ ਵੀ ਦੇਖਿਆ, ਪਰ ਹਿੰਮਤ ਬਹੁਤ ਹੈ ਤੁਹਾਡੇ 'ਚ, ਅਥਰੂ ਵੀ ਕਿਰੇ ਨੇ ਪਰ ਹਿੰਮਤ ਬਹੁਤ ਹੈ। ਮੈਨੂੰ ਲੱਗਦਾ ਵੀ ਯੂਨੀਅਨ ਦਾ ਥੜਾ ਲੱਗਦੇ ਜੇ ਤੁਸੀਂ, ਧੁਰਾ ਲੱਗਦੇ ਜੇ। ਕਿੰਨੀ ਕਾਸ ਹੈ? ਸਰ ਉਮੀਦ ਹੈਗੀ ਆ, ਹਾਲੇ ਵੀ ਇਸੇ ਕਰਕੇ ਤੁਰੇ ਫਿਰਦੇ ਆ, ਨਹੀਂ ਤਾਂ ਦਿਨ ਦਾ ਬਸਾ ਨਹੀਂ ਹੈਗਾ ਕਿ ਕੀ ਕਰੀਏ, ਕਿਉਂਕਿ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਆ ਤੇ ਉਹਨਾਂ ਨੇ ਕਿਹਾ ਸੀ ਅਸੀਂ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਕਿਹਾ ਸੀ ਸਰ ਸਾਡੀ ਤਨਖਾਹ 6000 ਹੈ, ਕਹਿੰਦੇ 6 ਤੋਂ 36 ਕਰਨ ਦਾ ਵਾਅਦਾ ਮੈਂ ਕਰਦਾ, ਪਹਿਲੀ ਕੈਬਨਿਟ ਦੇ ਵਿੱਚ 6 ਤੋਂ 36 ਕਰਾਂਗਾ ਤੇ ਤੁਹਾਨੂੰ ਪੱਕੇ ਟੀਚਰ ਮੈਂ ਬਣਾਉਂਗਾ, ਹਰਾ ਪੈਨ ਤੁਹਾਡੇ ਲਈ ਚੱਲੂਗਾ। ਤੇ ਉਸੇ ਵਾਅਦੇ ਨੂੰ ਅਸੀਂ ਹਾਲੇ ਤੱਕ ਉਹਨਾਂ ਨੇ ਨਾ ਨਹੀਂ ਕੀਤੀ, ਆਸ ਇਸੇ ਦੀ ਹੈ, ਜਿਸ ਦਿਨ ਨਾ ਕਰਤੀ ਸ਼ਾਇਦ ਜ਼ਿੰਦਗੀਆਂ ਅਰਥੀਆਂ ਉੱਠ ਜਾਣਗੀਆਂ ਕੱਚੇ ਅਧਿਆਪਕਾਂ ਦੀਆਂ। ਪਰ ਉਹ ਇਸੇ ਆਸ ਹੈ ਕਿ ਉਹਨਾਂ ਨੇ ਹਾਲੇ ਨਾ ਨਹੀਂ ਕੀਤੀ ਤੇ ਸਾਨੂੰ ਉਮੀਦ ਹੈ ਕਿ 6 ਤੋਂ 36 ਜਲਦੀ ਹੋ ਜਾਏਗੀ। ਜਿਵੇਂ ਕੱਲ ਦੀ ਕੈਬਨਿਟ ਮੀਟਿੰਗ ਹੈ 2 ਤਰੀਕ ਦੀ, ਤੇ ਸਾਨੂੰ ਲੱਗਦਾ ਹੈ ਵੀ 6 ਤੋਂ 36 ਨਹੀਂ ਤਾਂ 6 ਤੋਂ 30 ਤਾਂ ਜ਼ਰੂਰ ਹੋ ਜੂਗੀ। ਸੋ ਮੈਂ ਇਸ ਪ੍ਰੋਗਰਾਮ ਦਾ ਅੰਤ ਕੀ ਕਰਾਂ, ਉਹ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਜਿਨ੍ਹਾਂ ਬਾਰੇ ਦੁਨੀਆ ਭਰ ਵਿੱਚ ਕਿਹਾ ਜਾਂਦਾ ਕੋਈ ਮਿਸਾਲ ਨਹੀਂ, ਔਰ ਇੱਕ ਸਰਕਾਰ ਨਹੀਂ, ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ 2003-04 ਤੋਂ, ਉਹ ਸਾਰੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਸ਼ਿਕਾਰ ਨੇ ਇਹ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ। ਕੁਛ ਕਹਿੰਦੇ ਨੇ ਸਾਡੇ ਤਲਾਕ ਹੋ ਗਏ ਸਰਕਾਰ ਦੀਆਂ ਨੀਤੀਆਂ ਕਾਰਨ, ਤੇ ਕੁਝ ਇਹ ਕਹਿੰਦੇ ਨੇ ਵੀ ਅਸੀਂ ਜਿਉਂਦੀਆਂ ਲਾਸ਼ਾਂ ਬਣ ਗਏ ਆ। ਆਮ ਕਿਹਾ ਜਾਂਦਾ ਬੰਦਾ ਇੱਕ ਵਾਰੀ ਮਰਦਾ, ਪਰ ਇਹ ਕਹਿੰਦੇ ਨੇ ਅਸੀਂ ਤੇ ਨਿੱਤ ਮਰਦੇ ਆ। ਸਾਡੀਆਂ ਧੀਆਂ ਭੈਣਾਂ ਦੀਆਂ ਅੱਖਾਂ ਵਿਚਲੇ
ਅਥਰੂ ਜਿਹੜੇ ਨੇ ਜਾਪਦਾ ਆਮ ਆਦਮੀ ਦੀ ਸਰਕਾਰ ਹੈ। ਭਗਵੰਤ ਸਿੰਘ ਮਾਨ ਜਿਹੜੇ ਕਲਾਕਾਰ ਨੇ, ਕਹਿੰਦੇ ਕਲਾਕਾਰਾਂ ਦੇ ਮਨ ਬੜੇ ਕੋਮਲ ਹੁੰਦੇ ਨੇ, ਜਦੋਂ ਇਹਨਾਂ ਦੇ ਅਥਰੂ ਦੇਖਣਗੇ ਪੂਰੀ ਆਸ ਹੈ ਵੀ ਉਹ ਇਹਨਾਂ ਦੀ ਸਾਰ ਲੈਣਗੇ, 6 ਤੋਂ 36 ਹਜ਼ਾਰ ਕਰਨਗੇ। ਨਹੀਂ ਤੇ ਇੱਕ ਪੰਜਾਬ ਦੀ ਧੀ ਨੇ ਕਿਹਾ ਵੀ ਜੇ ਇਸ ਸਰਕਾਰ ਨੇ ਵੀ ਸਾਡੀ ਨਾ ਸੁਣੀ ਤੇ ਕਿਤੇ ਇਹ ਨਾ ਹੋਵੇ ਕੱਚੇ ਅਧਿਆਪਕਾਂ ਦੀਆਂ ਅਰਥੀਆਂ ਉੱਠਣ ਲੱਗ ਪੈਣ। ਆਸ ਕਰਦੇ ਹਾਂ ਅਰਥੀਆਂ ਦੀ ਥਾਂ ਤੇ ਭਗਵੰਤ ਮਾਨ ਇਹਨਾਂ ਧੀਆਂ ਧਿਆਣੀਆਂ ਨੂੰ ਤੇ ਸਾਡੇ ਬੱਚਿਆਂ ਨੂੰ 6 ਤੋਂ ਘੱਟੋ ਘੱਟ 36 ਜ਼ਰੂਰ ਕਰ ਦੇਣਗੇ।